हिंदुस्तान इंडिया कल्ले हिंदुओं ਲਈ ਜਾਂ ਇੱਕ ਧਰਮ ਲਈ ਬਣਿਆ ਬਾਕੀ ਧਰਮ ਕਿੱਥੇ ਜਾਣ ਜਿਹੜੇ ਬਾਕੀ ਧਰਮ ਨੇ ਸਿੱਖ ਨੇ ਈਸਾਈ ਨੇ ਮੁਸਲਿਮ ਨੇ ਉਹ ਕਿੱਥੇ ਜਾਣ 2% लोग अपने ਵੱਖਰੇ देश की मंग कर सकते हैं जी ਤਾਂ 80% ਜਿਹੜੇ 90% ਤੱਕ जी ਉਹ ਕਿਆ ਉਹਨਾਂ ਬਾਰੇ ਮੰਗ ਰੱਖਣਾ ਕਿਆ ਜਾਇਜ਼ ਨਹੀਂ ਹੈ। ਤੁਸੀਂ ਹੁਣੀ ਗੱਲ ਕੀਤੀ 2% ਦੀ 2% ਤੋਂ ਮੈਨੂੰ ਯਾਦ ਆਉਂਦਾ ਹੈ ਸੁਧੀਰ ਸੂਰੀ ਦਾ ਉਹ ਬਿਆਨ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਅੱਜ ਉਹ ਆਪਣੇ ਵਿੱਚ ਨਹੀਂ ਰਹੇ। ਕਿਵੇਂ ਦੇਖਦੇ ਹੋ ਕਿ ਇਹ 2% ਵਾਲਾ ਬਿਆਨ ਤੁਹਾਡਾ ਸਹੀ ਹੈ? ਕੁਝ ਕੱਟੜਪੰਥੀਆਂ ਵੱਲੋਂ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਜਾਇਜ਼ ਮੰਨਦੇ ਹੋਗੇ ਤੁਸੀਂ? ਬਿਲਕੁਲ ਨਹੀਂ ਜਾਇਜ਼ ਮੰਨਦਾ। ਉਹ ਵੀ ਆਪਣਾ ਹੱਕ ਹੈ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਹੱਕ ਮੰਗ ਰਹੇ ਨੇ ਆਪਣਾ ਵੱਖਰਾ ਸੂਬਾ ਮੰਗ ਰਹੇ ਨੇ। ਬਾਗੇਸ਼ਵਰ ਦੇ ਧਰਿੰਦਰ ਬਾਬਾ ਨੇ ਉਹ ਕਹਿੰਦੇ ਨੇ ਕਿ ਉਹਨਾਂ ਕੋਲ ਬਾਲਾ ਜੀ ਦੀ ਕਿਰਪਾ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਵੀ ਮੈਨੂੰ ਕੁੱਲ ਮਿਲਾ ਕੇ ਉਹਨਾਂ ਦੀ ਇੱਕ ਫੋਟੋ ਸਟੇਟ ਕਾਪੀ ਲੱਗਦੇ ਹੋ ਗੱਲਾਂ ਤੋਂ ਜਿਵੇਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਬਾਗੇਸ਼ਵਰ ਬਾਬਾ ਕਹਿੰਦੇ ਨੇ ਕਿ ਉਹਨਾਂ ਤੇ ਬਾਲਾ ਜੀ ਦੀ ਕਿਰਪਾ ਹੈ ਜਿਸ ਦੇ ਨਾਲ ਉਹ ਚਮਤਕਾਰ ਕਰਦੇ ਨੇ। ਤੁਸੀਂ ਕਹਿੰਦੇ ਹੋ ਤੁਹਾਡੇ ਤੇ ਗਊ ਮਾਤਾ ਦੀ ਕਿਰਪਾ ਹੈ ਤੇ ਤੁਸੀਂ ਵੀ ਚਮਤਕਾਰ ਕਰਦੇ ਹੋ ਫਿਰ ਤੁਸੀਂ ਆਪਣੇ ਦੀਵਾਨ ਤੋਂ ਨਹੀਂ ਲਾਣੇ ਸ਼ੁਰੂ ਕਰ ਦਿਓ। ਬਾਗੇਸ਼ਵਰ धाम ਦੀ ਜਿਹੜੀ चर्चा हो रही है जी वो कोई मैं बहुत बड़ी गल नहीं समझदा वो मेरे हिसाब नाल ना 1% है जी। 2 बार ऐसा होया लड़के भी साडे जिंदा होए मैं ठाकर जी नूं प्रार्थना करिए भी इन्हां दे छोटे छोटे बच्चे हैं जिंदा किवें मतलब मर के जिंदा हो गए मर के जिंदा होए ऐदा किद्दां हो सकदा है सतीश जी किहड़ी गल कर ਉਹ ਜਿਹੜੇ ਮੇਰੇ ਨਾਲ ਇਹਦਾ ਮਤਲਬ ਮਿਸਾਲ ਪੇਸ਼ ਕਰ ਸਕਦੇ ਹੋ ਜੇ ਲੋੜ ਪਏ ਤਾਂ ਇਹਦਾ ਕੋਈ ਸਬੂਤ ਪੇਸ਼ ਕਰ ਸਕਦੇ ਹੋ ਤੁਸੀਂ ਨਾਲ ਦੇ ਤੁਹਾਡੇ ਬੰਦੇ? ਬਿਲਕੁਲ ਮੈਂ ਸਬੂਤ ਪੇਸ਼ ਕਰਦਾ ਹਾਂ ਮੁੰਡਾ ਵੀ ਜਿੰਦਾ ਹੈ ਜੀ ਔਰ ਗਨਮੈਨ ਵੀ ਜਿੰਦੇ ਹੈ ਮੇਰੇ ਨਾਲ ਵਾਲੇ ਸਾਥੀ ਵੀ ਜਿੰਦਾ ਹੈ। ਧਰਮਰਾਜ ਕੋਲ ਪੇਸ਼ ਕਰਿਆ ਮੈਂ ਫਿਰ ਉਹਨੂੰ ਇਹ ਵੀ ਪੁੱਛ ਲਿਆ ਵੀ ਤੂੰ ਧਰਮਰਾਜ ਦੇ ਦਰਸ਼ਨ ਕਰੇ ਮੈਨੂੰ ਵੀ ਦੱਸ ਜੀ। ਉਹ ਕਹਿੰਦਾ ਬਹੁਤ ਵੱਡੀ ਕੁਰਸੀ ਤੇ ਬੈਠਿਆ ਸੀ ਬਹੁਤ ਵੱਡਾ ਚਿਹਰਾ ਸੀ ਬਹੁਤ ਵੱਡਾ ਇੱਕ ਪੱਤਰਾ ਲੈ ਕੇ ਖੋਲ ਰਿਹਾ ਸੀ ਕੁਝ ਦੇਖ ਰਿਹਾ ਸੀ ਜੀ ਮੋਰ ਖੰਭ ਲੱਗੇ ਹੋਏ ਸੀ ਉਹਦੀ ਕੁਰਸੀ ਦੇ ਪਿੱਛੇ। ਬਾਗੇਸ਼ਵਰ ਬਾਬਾ ਇਸ ਵੇਲੇ ਦੇਸ਼ ਦੁਨੀਆ ਦੇ ਵਿੱਚ ਚਰਚਿਤ ਨੇ ਜਿਹੜੇ ਮੰਨਦੇ ਨੇ ਕਿ ਉਹਨਾਂ ਕੋਲ ਇਹ ਜੀ ਪਾਵਰ ਹੈ ਕਿ ਉਹ ਦੇਸ਼ ਨੂੰ ਇੰਡੀਆ ਨੂੰ ਜਿਹੜਾ ਹੈਗਾ ਹਿੰਦੁਸਤਾਨ ਨੂੰ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਇਹਨੂੰ ਕਿਵੇਂ ਦੇਖਦੇ? ਬਹੁਤ ਵੱਡੀ और वधिया सोच है ते ਉਹ ਇੱਕ ਬਹੁਤ ਵੱਡੀ ਉਹਨਾਂ ਦਾ ਬੜਪਣ ਹੈ। ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਅੱਜ ਗੱਲ ਕਰਾਂਗੇ ਬਾਗੇਸ਼ਵਰ ਧਾਮ ਵਾਲੇ ਬਾਬਾ ਧਿਰੇਂਦਰ ਹੋਰਾਂ ਦੀ ਜਿਨ੍ਹਾਂ ਵੱਲੋਂ ਆਪਣੇ ਦਰਬਾਰ ਲਾ ਕੇ ਲੋਕਾਂ ਦੀਆਂ ਜਿਹੜੇ ਚਮਤਕਾਰ ਕੀਤੇ ਜਾਂਦੇ ਨੇ। ਇਸੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਜਿਨ੍ਹਾਂ ਵੱਲੋਂ ਹੁਣ ਤੱਕ ਆਪਣੀ ਜਾਨ ਦੀ ਬਾਜ਼ੀ ਲਾ ਕੇ ਜਿਹੜਾ ਹੈਗਾ 20 ਲੱਖ ਤੋਂ ਵੱਧ ਗਾਵਾਂ ਨੂੰ ਕੱਟਣ ਤੋਂ ਬਚਾਇਆ ਗਿਆ ਹੈ। ਸਤੀਸ਼ ਜੀ ਸਭ ਤੋਂ ਪਹਿਲਾਂ ਸਕਾਈ ਨਿਊਜ਼ ਤੇ ਤੁਹਾਡਾ ਸਵਾਗਤ। ਬਹੁਤ ਬਹੁਤ ਧੰਨਵਾਦ। ਜੈ ਗਊ ਮਾਤਾ ਕੀ ਸਾਰੇ ਸਰੋਤਿਆਂ ਨੂੰ ਮੇਰੀ ਜੈ ਸ਼੍ਰੀ ਰਾਮ ਜੀ। ਸਤੀਸ਼ ਜੀ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸ ਵੇਲੇ ਪੂਰੇ ਦੇਸ਼ ਦਾ ਹੌਟ ਇਸ਼ੂ ਚੱਲ ਰਿਹਾ ਹੈ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਬਾਬਾ ਜਿਹੜੇ ਲੋਕਾਂ ਨੂੰ ਬੁਲਾਉਂਦੇ ਨੇ ਉਹਨਾਂ ਦੀ ਸ਼ਕਲ ਦੇਖ ਕੇ ਉਹਨਾਂ ਦਾ ਪੂਰੀ ਹਿਸਟਰੀ ਦੱਸ ਦਿੰਦੇ ਨੇ ਤੇ ਨਾਲ ਹੀ ਇਹ ਕੁਝ ਚਮਤਕਾਰੀ ਸ਼ਬਦ ਉਹਨਾਂ ਵੱਲੋਂ ਬੋਲੇ ਜਾਂਦੇ ਆ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਮੈਂ ਜੋ ਦੇਖਿਆ ਇਹ ਇੱਕ ਜਿਹੜੀ ਲੋਕ ਇੰਨੇ ਕੰਟਰੋਵਰਸੀ ਚ ਪਏ ਹੋਏ ਆ ਇਹ ਬਹੁਤ ਛੋਟੀ ਜੀ ਗੱਲ ਹੈ ਕੋਈ ਵੱਡੇ ਚਮਤਕਾਰ ਨਹੀਂ। ਉਹ ਜਿਹੜੇ ਉਹ ਲੋਕ ਇੰਨੇ ਕੁ ਭਾਵੁਕ ਹੋ ਚੁੱਕੇ ਆ ਇੰਨੀ ਕੁ ਦੇਸ਼ ਦੀ ਜਨਤਾ ਇੰਨੀ ਕੁ ਮੀਡੀਆ ਇਹ ਬਹੁਤ ਛੋਟੇ ਚਮਤਕਾਰ ਹੈ। ਮੈਂ ਆਪਦੀ ਲਾਈਫ ਦੇ ਅੰਦਰ ਐਡੇ ਵੱਡੇ ਵੱਡੇ ਚਮਤਕਾਰ ਦੇਖੇ ਆ। ਚਮਤਕਾਰ ਕਿਸ ਨੂੰ ਕਿਹਾ ਜਾਂਦਾ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਹਾਂ ਇਹ ਸਵਾਲ ਹੈ ਸਾਡਾ ਕਿ ਚਮਤਕਾਰ ਹੁੰਦਾ ਕੀ ਹੈ? ਹਾਂ ਚਮਤਕਾਰ ਉਹ ਹੁੰਦਾ ਜਿਹਦੇ ਚ ਪ੍ਰਕਿਰਤੀ ਆਪਣਾ ਨਿਯਮ ਬਦਲ ਲੈ ਜੀ ਉਸ ਨੂੰ ਚਮਤਕਾਰ ਕਿਹਾ ਜਾਂਦਾ ਮੇਰੀ ਨਜ਼ਰ ਚ। ਜਿਸ ਤਰ੍ਹਾਂ ਕਿ ਪ੍ਰਹਲਾਦ ਭਗਤ ਨੂੰ ਉਹਦੇ ਪਿਤਾ ਨੇ ਉਸ ਨੂੰ ਭਗਵਾਨ ਦਾ ਨਾਮ ਸ਼ਕਤੀ ਦੇਖਣ ਵਾਸਤੇ ਜਾਂ ਉਸ ਨੂੰ ਭਗਵਾਨ ਦੇ ਨਾਂ ਤੋਂ ਪਿੱਛੇ ਕਰਨ ਵਾਸਤੇ ਉਸ ਨੂੰ ਲੋਹੇ ਦੇ ਕੰਬੇ ਨਾਲ ਉਸ ਨੂੰ ਚੰਬੇੜਿਆ ਸੀ ਤਾਂ ਉਹ ਠੰਡਾ ਹੋ ਗਿਆ ਸੀ। ਉੱਥੇ ਜਿਹੜਾ ਅਗਨੀ ਦਾ ਕੰਮ ਹੁੰਦਾ ਜਲਾਣਾ ਜੀ ਅਗਨੀ ਨੇ ਆਪਣਾ ਜਿਹੜੀ ਉਹਦਾ ਨਿਯਮ ਸੀ ਅਗਨੀ ਦਾ ਜਲਾਣ ਦਾ ਉਸਨੇ ਆਪਣਾ ਬਦਲ ਕੇ ਉਸਨੇ ਠੰਡਕ ਪੈਦਾ ਕਰਦੀ। ਇਸ ਨੂੰ ਚਮਤਕਾਰ ਕਿਹਾ ਜਾਂਦਾ। ਇਸ ਟਾਈਪ ਦੇ ਮੈਂ ਸੈਂਕੜੋਂ ਚਮਤਕਾਰ ਆਪਣੀ ਲਾਈਫ 'ਚ ਦੇਖੇ ਆ ਔਰ ਉਸ ਤੇ ਮੈਂ ਬੁੱਕ ਵੀ ਲਿਖੀ ਹੈ ਜੀ। ਜਿਹੜੀ ਬੁੱਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਚਮਤਕਾਰਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਅਸੀਂ ਆਪਣੀ ਲੈਂਗੁਏਜ 'ਚ ਜਾਂ ਆਮ ਬੰਦੇ ਦਾ ਦੇਖਿਆ ਜਾਵੇ ਤਾਂ ਲੋਕ ਚਮਤਕਾਰਾਂ ਨੂੰ ਯਕੀਨ ਨਹੀਂ ਕਰਦੇ ਕਿ ਚਮਤਕਾਰ ਕੁਝ ਨਹੀਂ ਹੁੰਦੇ।
ਅਸੀਂ ਵੀ ਇਹੀ ਮੰਨਦੇ ਆ ਵੀ ਚਮਤਕਾਰ ਕੁਝ ਹੁੰਦੇ ਨਹੀਂ। ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਇਹੋ ਜਿਹਾ ਚਮਤਕਾਰ ਸਾਂਝਾ ਕਰੋ ਜਿਹੜਾ ਤੁਸੀਂ ਵੇਖਿਆ ਹੋਵੇ। ਮੈਂ ਐਸੇ ਸੈਂਕੜੋਂ ਚਮਤਕਾਰ ਤੁਹਾਨੂੰ ਦੱਸ ਸਕਦਾ ਜੀ। ਔਰ ਉਹਨਾਂ ਦੇ ਗਵਾਹ ਵੀ ਪੇਸ਼ ਕਰਦਾ ਜਿਹੜੇ ਬੰਦੇ ਉਸ ਟਾਈਮ ਮੇਰੇ ਨਾਲ ਸੀ। ਜੀ। ਸਨ 2004 ਦੀ ਗੱਲ ਹੈ, ਮੇਰੀ ਮਾਤਾ ਜੀ ਦੀ ਡੈਥ ਹੋਈ ਸੀ ਜੀ। ਤੇ ਮੈਨੂੰ ਸਵੇਰ 10 ਵਜੇ ਫੋਨ ਆਂਦਾ ਹਰਿਆਣੇ ਚੋਂ ਅੰਬਾਲਾ ਤੋਂ ਜੀ। ਵੀ ਲਖਨੌਰ ਸਾਹਿਬ ਕੋਲ ਕਸਾਈ ਗਊਆਂ ਲੈ ਕੇ ਜਾ ਰਹੇ ਹਾਂ। ਜੀ। ਤੇ ਮੈਂ ਉਸ ਟਾਈਮ ਗਰੜ ਪ੍ਰਾਣ ਦੇ ਪਾਠ ਤੇ ਬੈਠਣਾ ਸੀ ਜੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਇਓ। ਉਹ ਕਹਿੰਦੇ ਵੀ ਤੁਹਾਡੇ ਬਿਨਾਂ ਗੱਲ ਨਹੀਂ ਬਣੇਗੀ। ਜੀ। ਤਾਂ ਮੈਂ ਲੜਕੇ ਨੂੰ ਬੁਲਾਇਆ, ਬਹੁਤ ਜ਼ਿਆਦਾ ਠੰਡ ਸੀ। ਕਹਿੰਦੇ ਵੀ ਉਸ ਟਾਈਮ 50 ਸਾਲ ਦਾ ਇੱਕ ਸਰਦੀ ਦਾ ਰਿਕਾਰਡ ਟੁੱਟਿਆ ਸੀ। ਜੀ। ਮੈਂ ਬਹੁਤ ਮੋٹے ਕੱਪੜੇ ਪਾ ਕੇ ਲੋਈ ਲੈ ਕੇ ਦਸਤਾਨੇ ਪਾ ਕੇ ਉੱਥੇ ਪਹੁੰਚ ਗਿਆ। ਜੀ। ਗਊਆਂ ਛਡਾਈਆਂ 40-50 ਗਊਆਂ ਸੀ। ਗੋਪਾ ਅਸ਼ਟਮੀ ਦਾ ਦਿਨ ਸੀ ਜੀ। ਤੇ ਉਹ ਗਊਆਂ ਨੂੰ ਮੇਰਾ ਮਨ ਨਹੀਂ ਕਰਿਆ ਵੀ ਉਹਨਾਂ ਨੂੰ ਗਊਆਂ ਪੈਦਲ ਜਾ ਰਹੀਆਂ ਸੀ, ਮੈਂ ਵੀ ਪੈਦਲ ਗਊਸ਼ਾਲਾ ਚ ਪਹੁੰਚਿਆ ਮੈਂ। ਜੀ। ਤੇ 5 ਘੰਟੇ ਮੈਂ ਪੈਦਲ ਤੁਰਿਆ ਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਦਾ ਫੋਨ ਆ ਗਿਆ, ਕਹਿੰਦੇ ਵੀ ਕਿੱਥੇ ਹੈ। ਜੀ। ਤੇ ਮੈਂ ਪਾਠ ਤੇ ਬੈਠਣਾ ਸੀ, ਮੈਂ ਡਰ ਗਿਆ। ਮੈਂ ਕਿਹਾ ਮੈਂ ਹੁਣੀ ਆਇਆ ਜੀ। ਕਿਉਂਕਿ 15-20 ਮਿੰਟ ਦਾ ਰਸਤਾ ਸੀ। ਜੀ। ਤੇ ਮੈਂ ਮੋਟਰਸਾਈਕਲ ਤੇ ਬੈਠ ਕੇ ਜਦੋਂ ਅਸੀਂ ਰਸਤੇ 'ਚ ਰੋਡ ਤੇ ਚੜ੍ਹੇ ਤਾਂ ਪਿੱਛੇ ਮੈਂ ਦੇਖਿਆ ਜਿਹੜਾ ਨੌਜਵਾਨ ਮੇਰੇ ਪਿੱਛੇ ਬੈਠਿਆ ਸੀ ਉਹਦੇ ਦੰਦ ਕੜਕ ਰਹੇ ਸੀ। ਮੈਂ ਜਦੋਂ ਪਿੱਛੇ ਮੁੜ ਕੇ ਦੇਖਿਆ ਮੈਂ ਕਿਹਾ ਇਹ ਕੀ ਗੱਲ ਹੋ ਗਈ। ਕਹਿੰਦਾ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਵੀ ਤੁਸੀਂ ਮੋਟਰਸਾਈਕਲ ਰੋਕੋ, ਢਾਬੇ ਤੇ ਆਪਾਂ ਚਾਹ ਪੀਵਾਂਗੇ ਜੀ ਤੇ ਅੱਗ ਸੇਕਾਂਗਾ, ਮੈਂ ਫੇਰ ਬੈਠ ਸਕਦਾ। ਜੀ। ਮੈਂ ਕਿਹਾ ਵੀ ਹੁਣ ਮੇਰੇ ਕੋਲ ਸਮਾਂ ਨਹੀਂ ਹੈ, ਮੇਰੇ ਘਰੋਂ ਫੋਨ ਆਇਆ, ਮੈਂ ਪਾਠ ਤੇ ਬੈਠਣਾ ਹੈ ਜੀ। ਬਈ ਮੈਂ ਮਹਾਮੰਤਰ ਦਾ ਜਾਪ ਕਰਿਆ, ਹਰੇ ਕ੍ਰਿਸ਼ਨ ਮਹਾਮੰਤਰ ਦਾ, ਜੀ। ਵੀ ਤੂੰ ਬੈਠਾ ਰਹਿ, ਕੁਛ ਨਹੀਂ ਹੁੰਦਾ, 15 ਮਿੰਟ ਦੀ ਗੱਲ ਹੈ। ਤਾਂ ਕੀ ਦੇਖਦੇ ਆ 50 ਗਜ਼ ਦੂਰ ਨਹੀਂ ਮੈਂ ਚੱਲਿਆ ਤਾਂ ਇੰਨੀ ਕੁ ਗਰਮ ਹਵਾ ਚੱਲਣ ਲੱਗ ਗਈ ਜੀ। ਜਿਹੜੀ ਜੇਠ ਹਾੜ ਦੇ ਮਹੀਨੇ ਚ ਲੂ ਕਹਿੰਦੇ ਆ, ਜਿਸ ਦੇ ਅੰਦਰ ਆਪਾਂ ਗਿੱਲਾ ਤੌਲੀਆ ਕਰਕੇ ਸਿਰ ਤੇ ਰੱਖਣਾ ਪੈਂਦਾ, ਇੰਨੀ ਜ਼ਿਆਦਾ ਗਰਮ ਹਵਾ। ਤੇ ਉਹ ਮੈਨੂੰ ਪੁੱਛਦਾ ਵੀ ਭਾਜੀ ਇਹ ਕੀ ਗੱਲ ਹੋ ਜੀ। ਗਈ। ਮੈਂ ਉਸ ਨੂੰ ਪੁੱਛ ਰਿਹਾ ਤਾਂ ਮੈਨੂੰ ਵੀ ਸਮਝ ਨਹੀਂ ਆ ਰਿਹਾ। ਲੋਕ ਉਸ ਤਰ੍ਹਾਂ ਹੀ ਜਾ ਰਹੇ ਆ ਕੰਬਲ ਲਪੇਟ ਕੇ। ਜੀ। ਸਾਨੂੰ ਆਪਣੇ ਕੱਪੜੇ ਖੋਲਣੇ ਪਏ, ਮੈਨੂੰ ਜੈਕਟ ਤਾਰਨੀ ਪਈ, ਜਿਪ ਖੋਲਣੀ ਪਈ। ਜੀ। ਇਸ ਦੇ ਬਾਵਜੂਦ ਮੈਂ ਆਪਣਾ ਪਸੀਨਾ ਵੀ ਪੋਂਛ ਕੇ ਥੱਲੇ ਸੁੱਟਦਾ ਰਿਹਾ। ਜਦੋਂ ਮੈਂ ਆਪਣੇ ਘਰ ਦੇ ਅੱਗੇ ਪਹੁੰਚਿਆ, ਮੈਂ ਆਪਣਾ ਜ਼ਮੀਨ ਤੇ ਪੈਰ ਰੱਖਿਆ, ਜੀ। ਉਸੇ ਵਕਤ ਜਿਹੜਾ ਮੌਸਮ ਸੀ ਠੰਡਾ, ਉਸੇ ਤਰ੍ਹਾਂ ਦੀ ਠੰਡ, ਉਹ ਸਾਰਾ ਕੁਝ ਚੇਂਜ ਹੋ ਗਿਆ। ਕੀ ਲੱਗਦਾ ਜਿਵੇਂ ਤੁਸੀਂ ਦੱਸ ਰਹੇ ਹੋ, ਮੈਂ ਤੁਹਾਨੂੰ ਰੋਕਣਾ ਚਾਹੂੰਗਾ ਕਿ ਤੁਹਾਨੇ ਇਹ ਜੀ ਕਿਹੜੀ ਜਿਹੜੀ ਹੈ ਮਤਲਬ ਚੇਂਜ ਲਿਆਤਾ ਕਲਾਈਮੇਟ ਦੇ ਵਿੱਚ ਵੀ ਸਰਦੀ ਦੇ ਮੌਸਮ 'ਚ ਤੁਹਾਡੇ ਦੁਆ ਕਰਨ ਤੇ ਇੱਕਦਮ ਗਰਮੀ ਹੋ ਗਈ ਤੇ ਤੁਸੀਂ ਘਰੇ ਪਹੁੰਚ ਗਏ ਆਪਣੇ। ਇਹ ਭਗਵਾਨ ਦੀ ਸ਼ਕਤੀ ਹੈ। ਭਗਵਾਨ ਜਿਹੜਾ ਵੀ ਸੰਸਾਰ ਦੇ ਅੰਦਰ ਭਗਵਾਨ ਦੀ ਭਗਤੀ ਕਰਦਾ ਜਾਂ ਭਗਵਾਨ ਦੇ ਕਾਰਿਆ ਕਰਦਾ ਇਮਾਨਦਾਰੀ ਨਾਲ, ਤਾਂ ਇਹ ਸ਼ਕਤੀਆਂ ਉਸ ਦੀ ਸਮਝ ਲਓ ਭਗਵਾਨ ਉਸ ਤੇ ਕਿਰਪਾ ਕਰਦੇ ਆ, ਉਸ ਦੀ ਇੱਛਾ ਮੁਤਾਬਕ ਹੀ ਚੱਲਦੇ ਆ। ਜਿਸ ਤਰ੍ਹਾਂ ਕਿ ਮੈਂ ਇਹ ਕਹਾਂਗਾ ਉਹਨਾਂ ਦੀ ਵਾਕ ਸਿੱਧੀ ਵੀ ਹੋ ਜਾਂਦੀ ਹੈ ਜੀ। ਵੀ ਜੋ ਮੂੰਹ ਚੋਂ ਕੱਢਦੇ ਆ। ਸਾਡੇ ਗੁਰੂ ਸੀ, ਜਿਹੜੇ ਮੇਰੇ ਗੁਰੂ ਸੀ, ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ, ਉਹਨਾਂ ਦੀਆਂ ਬਹੁਤ ਗੱਲਾਂ ਮੈਂ ਤੁਹਾਨੂੰ ਦੱਸ ਸਕਦਾ ਜਿਹੜੀਆਂ ਚਮਤਕਾਰ ਤੋਂ ਘੱਟ ਨਹੀਂ ਹੈ। ਜੀ। ਜਿਵੇਂ ਕਿ ਹਾਂ, ਜਦੋਂ ਆਖਰੀ ਸਮੇਂ 'ਚ ਉਹਨਾਂ ਨੇ ਸਰੀਰ ਛੱਡਿਆ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਬੇਟਾ ਸੰਤ ਕਿਤੇ ਜਾਂਦੇ ਨਹੀਂ ਜੀ, ਸੰਤ ਹਵਾ ਹੁੰਨੇ ਆ, ਤੈਨੂੰ ਫੇਰ ਮਿਲਾਂਗੇ ਕਿਸੇ ਟਾਈਮ। ਜੀ। ਕਿਹੜੇ ਸਾਲ ਦੀ ਗੱਲ ਹੈ, ਕਿੰਨਾ ਸਮਾਂ ਪਹਿਲਾਂ ਦੀ? 1995 ਦੀ ਗੱਲ ਹੈ ਜੀ। ਤੇ ਉਹ ਸੰਤ ਚੜ੍ਹਾਈ ਕਰ ਗਏ, ਚੋਲਾ ਬਦਲ ਗਏ ਜੀ। ਮੇਰੇ ਵੀ ਦਿਮਾਗ 'ਚੋਂ ਉਹ ਗੱਲ ਨਿਕਲ ਗਈ। ਤਾਂ 15 ਸਾਲ ਬਾਅਦ ਮੈਂ ਬਰਿੰਦਾਬਨ ਇੱਕ ਰੂਮ 'ਚ ਪਿਆ ਸੀ, ਉੱਥੇ ਇੱਕ ਸੰਤ ਆਏ ਜੀ। ਮੈਨੂੰ ਕਹਿੰਦੇ ਹਰੀ ਤੈਨੂੰ ਆਪਣੇ ਗੁਰੂਆਂ ਦਾ ਬਚਨ ਯਾਦ ਹੈ? ਪਹਿਲੀ ਗੱਲ ਤੋਂ ਮੈਂ ਹੈਰਾਨ ਹੋਇਆ ਵੀ ਇਸ ਨੂੰ ਮੇਰੇ ਘਰ ਦਾ ਨਾਂ ਕਿਵੇਂ ਪਤਾ ਲੱਗਿਆ। ਜੀ। ਤਾਂ ਫਿਰ ਮੈਂ ਸੋਚਿਆ ਸ਼ਾਇਦ ਕੋਈ ਐਸਾ ਸੰਤ ਨਾ ਹੋਵੇ ਵੀ ਜੋ ਅੱਜ ਕੱਲ ਸੰਤ ਦੇ ਨਾਂ ਤੇ ਫਰਾਡ ਵੀ ਕਰਨ ਵਾਲੇ ਲੋਕ ਹੁੰਦੇ ਆ। ਤਾਂ ਮੈਂ ਆਪਣੇ ਮਨ 'ਚ ਸੋਚਿਆ ਇਹਨਾਂ ਨੂੰ ਕੋਈ ਗੱਲ ਨਹੀਂ ਦੱਸਾਂਗਾ ਆਪਣੇ ਮਨ ਦੀ। ਜੀ। ਇਹ ਆਪਣੇ ਆਪ ਜੇ ਦੱਸਣਗੇ ਮੈਂ ਤਾਂ ਮੰਨੂਗਾ। ਜੀ। ਤਾਂ ਮੈਂ ਕਿਹਾ ਤੁਸੀਂ ਦੱਸੋ ਮੇਰੇ ਗੁਰੂਆਂ ਨੇ ਕੀ ਕਿਹਾ ਸੀ? ਉਹਨਾਂ ਨੇ ਮੈਨੂੰ ਕਿਹਾ ਵੀ ਸਰੀਰ ਛੱਡਣ ਲੱਗੇ ਤੈਨੂੰ ਦੱਸਿਆ ਸੀ ਵੀ ਸੰਤ ਹਵਾ ਹੁੰਨੇ। ਮੈਂ ਕਿਹਾ ਸੀ ਜੀ। ਵੀ ਸੰਤ ਕਿਤੇ ਨਹੀਂ ਜਾਂਦੇ। ਮੈਂ ਕਿਹਾ ਸੀ ਜੀ। ਇਹ ਵੀ ਕਿਹਾ ਸੀ ਤੈਨੂੰ ਫਿਰ ਮਿਲਾਂਗੇ ਕਿਸੇ ਰੂਪ 'ਚ। ਮੈਂ ਕਿਹਾ ਸੀ ਜੀ। ਕਹਿੰਦਾ ਫਿਰ ਤੇਰੇ ਸਾਹਮਣੇ ਖੜੇ ਆ, ਮੇਰੀ ਡਿਊਟੀ ਤੇਰੇ ਨਾਲ ਲੱਗ ਗਈ ਹੈ। ਜੀ। ਤਾਂ ਮੈਂ ਬੜਾ ਹੈਰਾਨ ਹੋਇਆ, ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ ਗੱਲ। ਫਿਰ ਮੇਰੇ ਗੁਰੂਆਂ ਨੇ ਸਰੀਰ ਛੱਡਣ ਤੋਂ ਇੱਕ ਦਿਨ ਪਹਿਲਾਂ ਮੈਨੇ ਸੁਪਨੇ 'ਚ 5 ਸਾਧੂ ਦੇਖਣਾ ਹੈ ਜੀ, ਜਿਹੜੇ ਮਿਲਣ ਵਾਸਤੇ ਆਏ ਆ। ਮੈਂ ਆਪਣੇ ਗੁਰੂਆਂ ਨੂੰ ਦੱਸਿਆ ਜੀ ਵੀ 5 ਸਾਧੂ ਤੁਹਾਨੂੰ ਮਿਲਣ ਵਾਸਤੇ ਕਹਿ ਰਹੇ ਸੀ, ਕਹਿੰਦੇ ਆਣਾ ਉਹਨਾਂ ਨੇ। ਤੁਹਾਡੇ ਗੁਰੂ ਜੀ ਨੇ ਕਿਹਾ ਕਿ ਉਹਨਾਂ 5 ਸਾਧੂਆਂ ਨੇ ਮਿਲਣ ਲਈ ਆਣਾ ਹੈ? ਹਾਂ, ਮੈਂ ਆਪਣੇ ਗੁਰੂਆਂ ਨੂੰ ਕਿਹਾ ਵੀ ਮੈਨੂੰ ਸੁਪਨਾ ਆਇਆ ਰਾਤ ਜੀ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ 5 ਸਾਧੂ ਮੇਰੇ ਸੁਪਨੇ 'ਚ ਆਏ। ਜੀ।
ਬੜੇ ਲੰਬੇ ਲੰਬੇ ਸਾਧੂ ਹੈ, ਉਹਨਾਂ ਕੋਲ ਸਾਜ਼ ਵੀ ਬੜੇ ਪੁਰਾਣੇ, ਮੈਂ ਕਦੀ ਦੇਖੇ ਨਹੀਂ ਜੀ। ਸਾਧੂ ਵੀ ਕਦੀ ਇਹੋ ਜਿਹੇ ਦੇਖੇ ਨਹੀਂ, ਬਹੁਤ ਲੰਬੇ ਸਾਧੂ ਜੀ। ਤੇ ਉਸੇ ਦਿਨ ਸ਼ਾਮ ਨੂੰ 5 ਵਜੇ ਦਰਵਾਜ਼ਾ ਖੜਕਦਾ ਹੈ, ਉਹੀ ਸਾਧੂ ਮੇਰੀ ਅੱਖਾਂ ਦੇ ਸਾਹਮਣੇ ਜਿਹੜੇ ਮੈਂ ਸੁਪਨੇ 'ਚ ਦੇਖੇ ਸੀ। ਜਿਹੜਾ ਤੁਸੀਂ ਸੁਪਨਾ ਦੇਖਿਆ ਤੇ ਤਾਂ ਆਪਣੇ ਗੁਰੂ ਜੀ ਨੇ ਦੱਸਿਆ, ਉਹ ਪ੍ਰੈਕਟੀਕਲੀ ਪੋਸੀਬਲ ਹੋਇਆ। ਪ੍ਰੈਕਟੀਕਲੀ ਪੋਸੀਬਲ ਹੋਇਆ। ਜੀ। ਉਹਨਾਂ ਨੇ ਕੀਰਤਨ ਕਰਿਆ, ਗੰਗਾ ਜਲ ਪਾਇਆ ਮੇਰੇ ਮੂੰਹ 'ਚ, ਗੁਰੂਆਂ ਦੇ ਮੂੰਹ 'ਚ, ਜੀ। ਤੇ ਮੇਰੇ ਤੋਂ ਵੀ ਉਹਨਾਂ ਨੇ ਕਿਹਾ ਵੀ ਤੂੰ ਵੀ ਪਾਇਆ ਨਹੀਂ ਗੰਗਾ ਜਲ, ਜੀ। ਮੈਂ ਵੀ ਉਹਨਾਂ ਦੇ ਪਾਇਆ। ਉਸ ਤੋਂ ਬਾਅਦ ਉਹਨਾਂ ਨੇ ਚੋਲਾ ਆਪਣਾ ਬਦਲ ਲਿਆ, ਜੀ। ਸਰੀਰ ਤਿਆਗ ਦਿਆ। ਜੀ। ਤੋ ਇਹ ਚਮਤਕਾਰ ਤੋਂ ਕੋਈ ਘੱਟ ਨਹੀਂ ਹੈ, ਗੱਲ ਮੈਂ ਸਮਝਦਾ। ਜੀ। ਉਹ ਕੋਈ ਜਿਹੜੇ ਤੁਸੀਂ ਬਾਬੇ ਦੀ ਗੱਲ ਕਰਦੇ ਆ, ਇਹ ਬਿਲਕੁਲ ਸੱਚ ਦੱਸ ਰਿਹਾ ਬਾਬਾ। ਉਹਦੇ ਅੰਦਰ ਸ਼ਕਤੀ ਹੈ, ਭਗਵਾਨ ਦੀ ਸ਼ਕਤੀ ਹੈ। ਮੈਂ ਤਾਂ ਉਹਨਾਂ ਨੂੰ ਇਹ ਸਮਝਦਾ ਵੀ ਜਿਸ ਤਰ੍ਹਾਂ ਕਲਗੀ ਅਵਤਾਰ ਹੈ, ਆਪਣਾ ਕਲਗੀ ਅਵਤਾਰ ਜਿਹੜਾ ਕਲਯੁਗ ਦੇ ਅੰਦਰ ਆਣਾ, ਜੀ। ਇਹ ਉਸੇ ਦਾ ਅਵਤਾਰ ਹੈ ਜਿਹੜੀ ਦੁਨੀਆ ਆਪਣਾ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਵਾਸਤੇ ਉਹ ਪੈਦਾ ਹੋ ਰਿਹਾ ਹੈ। ਤੇ ਸਾਡਾ ਤਾਂ ਮੈਂ ਤਾਂ ਬਿਲਕੁਲ ਸਹੀ ਸਮਝਦਾ, ਕਿਉਂਕਿ ਜੋ ਮੈਂ ਚਮਤਕਾਰ ਦੇਖੇ, ਮੈਂ ਉਸ ਤੇ ਬੁੱਕ ਵੀ ਲਿਖੀ ਹੈ। ਮੈਂ ਜ਼ਿਆਦਾ ਇਸ ਗੱਲਾਂ ਦਾ ਮੇਰੇ ਕੋਲ ਸਮਾਂ ਨਹੀਂ ਹੈ ਵੀ ਮੈਂ ਪ੍ਰਚਾਰ ਕਰਾਂ। ਮੈਂ ਬਹੁਤ ਐਸੀਆਂ ਗੱਲਾਂ ਦੱਸ ਸਕਦਾ, ਬਹੁਤ ਐਸੇ ਚਮਤਕਾਰ ਦੱਸ ਸਕਦਾ, ਸ਼ਾਇਦ ਬਾਬਾ ਵੀ ਇਸ ਗੱਲ ਤੋਂ ਹੈਰਾਨ ਹੋ ਜਾਵੇ ਵੀ ਮੈਂ ਐਡੇ ਵੱਡੇ ਵੱਡੇ ਚਮਤਕਾਰ ਦੇਖੇ ਹੈ। ਈਵਨ ਕਿ 2 ਵਾਰ ਐਸਾ ਹੋਇਆ, ਲੜਕੇ ਵੀ ਸਾਡੇ ਜਿੰਦਾ ਹੋਏ। ਮੈਂ ਠਾਕਰ ਜੀ ਨੂੰ ਪ੍ਰਾਰਥਨਾ ਕਰੀ ਹੈ ਵੀ ਇਹਨਾਂ ਦੇ ਛੋਟੇ ਛੋਟੇ ਬੱਚੇ ਹੈ। ਜਿੰਦਾ ਕਿਵੇਂ, ਮਤਲਬ ਮਰ ਕੇ ਜਿੰਦਾ ਹੋ ਗਏ ਤੁਹਾਡੇ ਬੰਦੇ? ਜਿੰਦਾ ਹੋਏ ਆ। ਐਦਾਂ ਕਿੱਦਾਂ ਹੋ ਸਕਦਾ ਸਤੀਸ਼ ਜੀ, ਕਿਹੜੀ ਗੱਲ ਕਰ ਰਹੇ ਹੋ? ਬਿਲਕੁਲ ਮੇਰੇ ਕੋਲ ਇਸ ਗੱਲ ਦੇ ਪੁਲਿਸ ਦੇ ਮੇਰੇ ਨਾਲ ਗਨਮੈਨ ਸੀ, ਉਹ ਵੀ ਗਵਾਹ ਹੈ, ਔਰ ਮੇਰੇ ਸਾਥੀ ਸੀ। ਉਹ ਲੜਕਾ ਵੀ ਜਿੰਦਾ ਅੱਜ ਰਾਮਪੁਰਾ ਫੂਲ ਦੇ ਅੰਦਰ ਹੈ ਜੀ। ਇਹ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ। ਮੈਂ ਬਠਿੰਡਾ 'ਚ ਕਸਾਈਆਂ ਨੂੰ ਪਕੜਨਾ ਸੀ, ਗਊਆਂ ਛਡਵਾਉਣੀਆਂ ਸੀ, ਤੇ ਪੁਲਿਸ ਮੇਰੇ ਨਾਲ ਸੀ, ਪੁਲਿਸ ਪਾਰਟੀ, ਤੇ ਮੈਂ ਲੜਕੇ ਲੈ ਗਿਆ ਸੀ ਨਾਲ ਇੱਕ ਗੱਡੀ ਵੀ ਕਸਾਈ ਭੱਜ ਜਾਂਦੇ ਆ ਦੇਖ ਕੇ ਤਾਂ ਉਹਨਾਂ ਨੂੰ ਫੜ ਕੇ ਲਿਆਣਗੇ ਜੀ। ਤਾਂ ਕੀ ਹੋਇਆ, ਖੇਤ ਦੇ ਅੰਦਰ ਮੇਰੀ ਗੱਡੀ ਚੋਂ ਛਾਲ ਮਾਰ ਕੇ ਪਹਿਲਾਂ ਹੀ ਭੱਜ ਲਿਆ ਲੜਕਾ ਜੀ। ਅੰਧੇਰਾ ਸੀ, ਉਹ ਦੂਸਰੇ ਪਾਸੇ ਲਾਈਟ ਦਿਖ ਰਹੀ ਸੀ ਜੀ। ਉੱਥੇ ਇੱਕ ਡਿੱਗੀ ਸੀ ਪਾਣੀ ਦੀ ਕਲੈਕਸ਼ਨ ਕਰਨ ਵਾਸਤੇ, ਜਿਸ ਤਰ੍ਹਾਂ ਬਠਿੰਡੇ 'ਚ ਤੁਸੀਂ ਦੇਖਿਆ ਜੀ। ਬਿਲਕੁਲ ਡੱਗ ਬਣੇ ਹੁੰਦੇ ਨੇ, ਬਣੀ ਹੋਈ ਸੀ, ਪੱਕੀ ਸੀਮੈਂਟ ਦਾ ਤਲਾਅ ਸਮਝ ਲਓ, ਪੱਕਾ ਸੀ। ਤਾਂ ਉਹਦੇ ਪੈਰ ਅੱਗੇ ਲੰਘ ਗਏ, ਪਿੱਠ ਦੇ ਭਾਰ ਉਹ 35 ਫੁੱਟ ਥੱਲੇ ਗਿਰਿਆ ਜੀ। ਤਾਂ ਮੇਰੇ ਜਿਹੜਾ ਗੱਡੀ ਚਲਾ ਰਿਹਾ ਸੀ ਗੁਰਪ੍ਰੀਤ, ਉਸਨੇ ਕਿਹਾ ਪ੍ਰਧਾਨ ਜੀ ਵੀ ਲੜਕੇ ਗਿਆ, ਆਪਣਾ ਲੜਕਾ ਜੀ, ਉਹਦੀ ਮੌਤ, ਉਹਨਾਂ ਨੂੰ ਆਭਾਸ ਹੋ ਗਿਆ ਤੁਹਾਡੇ ਨਾਲ ਦੇ ਸਾਥੀ ਨੂੰ ਪਹਿਲਾਂ? ਹਾਂ, ਵੀ ਉਹ ਕਹਿੰਦਾ ਨਹੀਂ, ਉਹਦੇ ਸਾਹਮਣੇ ਗਿਰਿਆ ਨਾ, ਉਹਨਾਂ ਨੇ ਗਿਰਦਾ ਵੇਖਿਆ, ਆਵਾਜ਼ ਆਈ ਜੀ। ਉਸਨੇ ਸ਼ੀਸ਼ੇ 'ਚ ਦੇਖ ਲਿਆ ਵੀ ਲੜਕਾ ਵਿੱਚ ਗਿਰਿਆ। ਤਾਂ ਉਸਨੇ ਗੱਡੀ ਯਕਦਮ ਗੱਡੀ ਨੂੰ ਮੋੜਿਆ, ਲਾਈਟ ਜਗਾਈ। ਮੈਂ ਜਦ ਹੀ ਪ੍ਰਾਰਥਨਾ ਕਰਨੀ ਸ਼ੁਰੂ ਕਰਤੀ ਪਰਮਾਤਮਾ ਨੂੰ। ਮੈਂ ਕਿਹਾ ਹੇ ਠਾਕੁਰ ਜੀ, ਬਈ ਉਹ ਬੱਚੇ ਦੀ ਲਾਸ਼ ਮੈਂ ਕਿਸ ਮੂੰਹ ਨਾਲ ਘਰ ਲੈ ਕੇ ਜਾਊਂਗਾ? ਮੈਂ ਉਹਨੂੰ ਘਰੋਂ ਲੈ ਕੇ ਆਇਆ ਵੀ ਮੇਰੀ ਲਾਜ ਰੱਖੀ, ਵੀ ਇਹਦੀ ਜ਼ਿੰਦਗੀ ਬਖਸ਼ਣੀ ਦੇ ਜੀ। ਤਾਂ ਮੈਂ ਪ੍ਰਾਰਥਨਾ ਕਰ ਰਿਹਾ। ਉਹ ਲੜਕਾ ਨੇ ਬੈਟਰੀ ਮਾਰੀ, ਤਾਂ ਉਸਨੇ ਕਿਹਾ ਕੰਚ ਦੀਆਂ ਬੋਤਲਾਂ ਵੀ ਅੰਦਰ ਫੁੱਟੀਆਂ ਪਈਆਂ, ਉਹਨਾਂ ਦੇ ਉੱਪਰ ਗਿਰਿਆ ਜੀ। ਤਾਂ ਮੈਂ ਇਸ ਗੱਲ ਦੇ ਧਿਆਨ ਨਹੀਂ ਦਿੱਤਾ, ਮੈਂ ਆਪਣੇ ਪਰਮਾਤਮਾ ਨੂੰ ਯਾਦ ਕਰਿਆ, ਭਗਵਾਨ ਕ੍ਰਿਸ਼ਨ ਨੂੰ ਯਾਦ ਕਰਿਆ ਤੇ ਪ੍ਰਾਰਥਨਾ ਕਰਦਾ ਰਿਹਾ। ਤਾਂ ਉਸਨੇ ਮੈਨੂੰ ਕਿਹਾ, ਉਹ ਖੜਾ ਹੋ ਗਿਆ ਜੀ। ਮੈਂ ਇਹ ਗੱਲ ਸੁਣ ਰਿਹਾ ਸੀ। ਤਾਂ ਫਿਰ ਕਹਿੰਦਾ ਉਸਨੇ ਕੱਪੜੇ ਝਾੜਨੇ ਸ਼ੁਰੂ ਕਰਤੇ ਜੀ। ਫਿਰ ਉਸਨੇ ਕਿਹਾ ਵੀ ਉਹ ਪੌੜੀ ਚੜ ਰਿਹਾ। ਤਾਂ ਮੇਰੇ ਜਾਨ 'ਚ ਜਾਨ ਆਈ। ਮੈਂ ਕਿਹਾ ਜੇ ਉਹ ਪੌੜੀ ਚੜ ਰਿਹਾ ਤਾਂ ਇਹਦਾ ਮਤਲਬ ਉਹਦੇ ਕੋਈ ਸੱਟ ਨਹੀਂ ਲੱਗੀ ਜੀ। ਤਾਂ ਜਦੋਂ ਉਹ ਉੱਪਰ ਚੜ ਕੇ ਆਇਆ ਤਾਂ ਮੈਂ ਉਸਨੂੰ ਆਪਣੇ ਅੱਗੇ ਨਾਲ ਬਿਠਾਇਆ ਜੀ। ਤਾਂ ਮੈਂ ਸਮਝ ਗਿਆ ਸੀ ਵੀ ਇਸਨੇ ਭਗਵਾਨ ਦੇ ਦਰਸ਼ਨ ਕਰੇ ਆ, ਇਸਨੇ ਵੀ ਜਿਹੜਾ ਮੌਤ ਦੇ ਮੂੰਹ ਚੋਂ ਆਇਆ ਇਸਨੂੰ ਕੁਝ ਨਹੀਂ ਹੋਇਆ ਜੀ। ਮੈਂ ਉਸਨੂੰ ਪੁੱਛਿਆ ਵੀ ਭਗਵਾਨ ਦੇ ਦਰਸ਼ਨ ਕਰੇ? ਕਹਿੰਦਾ ਹਾਂ। ਮੈਂ ਕਿਹਾ ਕਿਸ ਤਰ੍ਹਾਂ, ਤੇਰੇ ਸੱਟ ਨਹੀਂ ਲੱਗੀ, ਕਿਵੇਂ ਮਹਿਸੂਸ ਹੋਇਆ ਜੀ? ਕਹਿੰਦਾ ਮੈਨੂੰ ਲੱਗਿਆ ਹੀ ਨਹੀਂ ਮੈਂ ਡਿੱਗਿਆ, ਮੈਨੂੰ ਐਵੇਂ ਲੱਗ ਰਿਹਾ ਸੀ ਮੈਂ ਦੌੜੇ ਰਿਹਾ। ਮਤਲਬ ਉਹਨਾਂ ਦੇ ਉਹ ਟਾਈਮ ਜਿਹੜਾ ਸੀਗਾ ਉਹ ਸਕਿਪ ਹੋ ਗਿਆ ਦਿਮਾਗ 'ਚ। ਹਾਂ, ਤੇ ਉਹ ਕਹਿੰਦਾ ਮੈਨੂੰ ਐਵੇਂ ਲੱਗ ਰਿਹਾ ਸੀ ਮੈਂ ਦੌੜੇ। ਮੈਂ ਕਿਹਾ ਤੇਰੇ ਕਿਤੇ ਚੋਟ ਲੱਗੀ ਹੋਵੇ? ਮੈਂ ਉਹਦਾ ਸਰੀਰ ਚੈੱਕ ਕਰਿਆ ਜੀ, ਬਿਲਕੁਲ ਕਿਸੇ ਵੀ ਤਰ੍ਹਾਂ ਦੀ ਚੋਟ ਨਹੀਂ। 30 ਫੁੱਟ ਡੂੰਘੇ ਖੱਡੇ 'ਚ ਗਿਰ ਕੇ 35 ਫੁੱਟ ਡੂੰਘਾ ਸੀ ਤੇ ਸੱਟ ਪੇਟ ਕੋਈ ਨਹੀਂ ਲੱਗੀ। ਸੱਟ ਪੇਟ ਨਹੀਂ, ਨਾਲੇ ਕੰਚ ਦੀ ਬੋਤਲਾਂ ਦੇ ਉੱਤੇ ਗਿਰਿਆ ਸੀ। ਇਸ ਨੂੰ ਕੋਈ ਦੂਸਰੇ ਬੰਦੇ ਯਕੀਨ ਨਹੀਂ ਕਰਨਗੇ ਦੁਨੀਆਦਾਰੀ ਦੇ, ਇਸੇ ਕਰਕੇ ਮੈਂ ਇਹ ਗੱਲਾਂ ਓਪਨ ਨਹੀਂ ਕਰਦਾ, ਕਿਉਂਕਿ ਜਿਹੜੇ ਮੇਰੇ ਨਾਲ ਹੈ ਉਹ ਸਾਰੇ ਜਾਣਦੇ ਆ ਜੀ। ਉਹ ਜਿਹੜੇ ਮੇਰੇ ਨਾਲ, ਇਹਦਾ ਮਤਲਬ ਮਿਸਾਲ ਪੇਸ਼ ਕਰ ਸਕਦੇ ਹੋ ਜੇ ਲੋੜ ਪਏ ਤਾਂ, ਇਹਦਾ ਕੋਈ ਸਬੂਤ ਪੇਸ਼ ਕਰ ਸਕਦੇ ਹੋ ਤੁਸੀਂ ਨਾਲ ਦੇ ਤੁਹਾਡੇ ਬੰਦੇ? ਬਿਲਕੁਲ ਮੈਂ ਸਬੂਤ ਪੇਸ਼ ਕਰਦਾ ਹਾਂ। ਮੁੰਡਾ ਵੀ ਜਿੰਦਾ ਹੈ ਜੀ, ਔਰ ਗਨਮੈਨ ਵੀ ਜਿੰਦੇ ਹੈ, ਮੇਰੇ ਨਾਲ ਵਾਲੇ ਸਾਥੀ ਵੀ ਜਿੰਦਾ ਜੀ। ਇੱਕ ਨਹੀਂ ਸੀ 25 ਲੜਕੇ ਹੋਣੇ ਆ ਉੱਥੇ ਜਿਹੜੇ ਜਿਨ੍ਹਾਂ ਨੇ ਇਹ ਮੰਜ਼ਰ ਦੇਖਿਆ, ਇਹ ਚਮਤਕਾਰ ਵੇਖਿਆ। ਛੋਟਾ ਚਮਤਕਾਰ ਕਹਿ ਸਕਦੇ ਆਪਾਂ। ਮੈਂ ਆਪਣਾ ਨਹੀਂ ਕਹਿੰਦਾ, ਇਹ ਭਗਵਾਨ ਦੀ ਸ਼ਕਤੀ ਹੈ, ਗਊ ਮਾਤਾ ਦੀ ਤਾਕਤ ਹੈ ਜੀ। ਮੈਂ ਤਾਂ ਉਸ ਨੂੰ ਪ੍ਰਾਰਥਨਾ ਕਰੀ ਹੈ। ਚਮਤਕਾਰ ਦਿਖਾਉਣ ਵਾਲਾ ਪਰਮਾਤਮਾ ਹੈ ਜੀ। ਮੈਂ ਉਹਦੀ, ਪਰ ਮੇਰੇ ਅੰਦਰ ਕੋਈ ਸ਼ਕਤੀ ਨਹੀਂ ਹੈ ਜੀ। ਜੇ ਮੈਂ ਕਹਾਂ ਵੀ ਮੈਨੇ ਉਸ ਨੂੰ ਜਿੰਦਾ ਕਰਦਾ, ਮੈਂ ਸਿਰਫ ਪਰਮਾਤਮਾ ਨੂੰ ਇੱਕ ਪ੍ਰਾਰਥਨਾ ਕਰੀ ਹੈ ਜੀ। ਇਸ ਤਰ੍ਹਾਂ ਹੀ ਇੱਕ ਲੜਕਾ ਐਕਸੀਡੈਂਟ ਹੋ ਗਿਆ ਸੀ
ਪਾਤੜਾਂ ਦਾ ਅੱਜ ਵੀ ਜਿੰਦਾ ਹੈ ਉਹ ਜੀ। ਉਸ ਦਾ ਫੋਨ ਨੰਬਰ ਵੀ ਮੈਂ ਦੇ ਸਕਦਾ ਜੀ। ਅੱਜ ਵੀ ਜਿੰਦਾ ਹੈ। ਉਸਦੇ ਵੀ ਸੱਟ ਲੱਗੀ ਸੀ। ਉਹ ਬੁਲਟ ਮੋਟਰਸਾਈਕਲ ਤੇ ਟਰੱਕ ਦਾ ਪਿੱਛਾ ਕਰਿਆ ਕਰਦਾ ਸੀ ਗਊਆਂ ਦਾ ਤੇ ਟਰੱਕ ਫੜਿਆ ਕਰਦਾ ਸੀ ਗਊਆਂ ਦਾ ਜੀ। ਤੇ ਇੱਕ ਦਿਨ ਟਰੱਕ ਨੇ ਬ੍ਰੇਕ ਮਾਰੀ, ਉਹਦਾ ਮੱਥਾ ਉਹਦਾ ਡਾਲੇ 'ਚ ਲੱਗਿਆ ਜੀ। ਤੇ ਉਹਦਾ ਸਿਰ ਖੁੱਲ ਗਿਆ, ਉਹਦਾ ਜਬੜਾ ਟੁੱਟ ਗਿਆ ਜੀ। ਤੇ ਮੈਨੂੰ ਫੋਨ ਆਇਆ ਵੀ CMC 'ਚ ਉਹ ਦਾਖਲ ਹੈ ਜੀ। ਉਹਨੂੰ ਦੇਖਣ ਜਾਣਾ ਹੈ। ਤੇ ਮੈਂ ਕਿਹਾ ਗੱਲ ਕੀ ਹੋ ਗਈ? ਕਹਿੰਦੇ ਇਸ ਤਰ੍ਹਾਂ ਕਰਕੇ ਐਕਸੀਡੈਂਟ ਹੋ ਗਿਆ ਜੀ। ਮੈਂ ਫਿਰ ਠਾਕਰ ਜੀ ਨੂੰ ਪ੍ਰਾਰਥਨਾ ਕਰੀ, ਕਿਉਂਕਿ ਜਿਹਦਾ ਮੈਂ ਕੰਮ ਕਰ ਰਿਹਾ ਮੈਂ ਤਾਂ ਉਸੇ ਨੂੰ ਪ੍ਰਾਰਥਨਾ ਕਰਨੀ ਹੈ ਜੀ, ਬਿਲਕੁਲ। ਜਿਹਦੀ ਮੈਂ ਡਿਊਟੀ ਦੇ ਰਿਹਾ। ਜੀ। ਮੈਂ ਉਹਨੂੰ ਪ੍ਰਾਰਥਨਾ ਕਰੀ ਵੀ ਉਹਦੇ ਛੋਟੇ ਛੋਟੇ ਬੱਚੇ ਹੈ, ਵੀ ਸਾਨੂੰ ਸਾਡੀ ਲਾਜ ਰੱਖੋ ਜੀ। ਬਈ ਨਹੀਂ ਤਾਂ ਕਲੰਕ ਲੱਗੇਗਾ ਵੀ ਇਹ ਠਾਲਦਾ ਜੀ। ਬੱਚਿਆਂ ਨੂੰ ਫੋਨ ਕਰਕੇ ਗਊਆਂ ਦੇ ਮਗਰ ਭੇਜਦਾ ਤੇ ਸਾਡੇ ਲੜਕੇ ਦੀ ਅੱਜ ਇਹ ਅਣਹੋਣੀ ਹੋ ਹਾਲਤ ਗਈ। ਜੀ। ਤੇ ਮੈਂ ਪ੍ਰਾਰਥਨਾ ਕਰੀ ਤੇ ਅਸੀਂ ਦੇਖਣ ਗਏ। ਜਦੋਂ ਦੇਖਿਆ ਵੈਂਟੀਲੇਟਰ ਤੇ ਪਾਇਆ ਹੋਇਆ ਸੀ ਉਹ, ਜੀ। ਤੇ ਮੈਨੂੰ ਲੱਗ ਰਿਹਾ ਸੀ ਵੀ ਇਹ ਜਿੰਦਾ ਨਹੀਂ ਹੈ। ਪਰ ਸ਼ਾਮ ਨੂੰ 6 ਵਜੇ ਉਹਦੀ ਘਰ ਵਾਲੀ ਦਾ ਫੋਨ ਆਂਦਾ ਜੀ। ਮੈਂ ਡਰ ਗਿਆ ਪਹਿਲਾਂ ਤਾਂ। ਫਿਰ ਉਹਨੇ ਕਿਹਾ ਵੀ ਗਰਗ ਸਾਹਿਬ ਗੱਲ ਕਰਨੀ ਚਾਹ ਰਹੇ ਹੈ। ਗਰਗ ਸਾਹਿਬ ਉਹ ਬੰਦੇ ਦਾ ਨਾਮ ਸੀ ਜਿਹਦਾ ਐਕਸੀਡੈਂਟ ਹੋਇਆ ਅਜੇ ਗਰਗ। ਜੀ। ਬਈ ਮੈਂ ਕਿਹਾ ਇਹ ਕਿਵੇਂ ਹੋ ਗਿਆ? ਕਹਿੰਦੇ ਤੁਸੀਂ ਗੱਲ ਕਰੋ। ਜੀ। ਮੈਂ ਗੱਲ ਕਰੀ, ਉਹਦਾ ਜਬੜਾ ਟੁੱਟਿਆ ਹੋਇਆ ਸੀ, ਮੈਨੂੰ ਸਮਝ ਨਹੀਂ ਆ ਰਹੀ ਸੀ। ਮੈਂ ਕਿਹਾ ਤੂੰ ਠੀਕ ਹੋ ਜਾ, ਫਿਰ ਤੇਰੇ ਨਾਲ ਮੈਂ ਗੱਲ ਕਰਾਂਗਾ। ਜੀ। ਉਹ ਅੱਜ ਕੱਲ ਕੁਛ ਥੋੜੇ ਦਿਨਾਂ ਬਾਅਦ ਘਰ ਚਲਾ ਗਿਆ ਠੀਕ ਹੋ ਕੇ, ਰਿਕਵਰ ਹੋ ਗਿਆ ਜੀ। ਬਿਲਕੁਲ ਠੀਕ ਹੋ ਗਿਆ। ਫਿਰ ਉਹਦਾ ਫੋਨ ਆਂਦਾ, ਮੇਰੇ ਕੋਲ ਸਮਾਂ ਨਹੀਂ ਸੀ, 2-3 ਵਾਰੀ ਫੋਨ ਕਰਿਆ। ਫਿਰ ਇੱਕ ਦਿਨ ਉਹ ਮੈਨੂੰ 2-2.5 ਮਹੀਨੇ ਬਾਅਦ ਕਿਤੇ ਟੱਕਰ ਗਿਆ ਜੀ। ਤੇ ਮੇਰੀ ਗੱਡੀ 'ਚ ਬੈਠ ਗਿਆ ਆ ਕੇ, ਕਹਿੰਦੇ ਅੱਜ ਸਮਾਂ ਹੈ ਗੱਲ ਜੀ। ਕਰਨ ਦਾ? ਮੈਂ ਕਿਹਾ ਹਾਂ ਦੱਸ। ਉਹ ਕਹਿੰਦਾ ਜਿਸ ਦਿਨ ਤੁਸੀਂ ਮੈਨੂੰ ਮਿਲਣ ਆਏ ਸੀ ਉਸ ਦਿਨ ਮੈਂ ਮਰ ਗਿਆ ਸੀ, ਮਰਿਆ ਹੋਇਆ ਸੀ। ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਉਹਨਾਂ ਦੀ, ਕਹਿੰਦਾ ਮੈਂ ਮਰਿਆ ਹੋਇਆ ਸੀ ਜਿਸ ਦਿਨ ਤੁਸੀਂ ਮੈਨੂੰ ਦੇਖਣ ਆਏ ਸੀ। ਜੀ। ਮੈਂ ਕਿਹਾ ਮੈਨੂੰ ਇਸ ਗੱਲ ਦਾ ਪਤਾ ਹੈ ਜੀ। ਵੀ ਤੂੰ ਮਰਿਆ ਹੋਇਆ ਸੀ, ਪਰ ਤੈਨੂੰ ਕਿਵੇਂ ਪਤਾ ਹੈ? ਜੀ। ਕਹਿੰਦਾ ਮੈਨੂੰ ਯਮ ਲੈਣ ਆਏ ਸੀ, ਮੈਨੂੰ ਉਹਨਾਂ ਨੇ ਫੜ ਲਿਆ, ਮੇਰੇ ਘਰ ਦੇ ਬੈਠੇ ਸੀ, ਕਿਸੇ ਨੇ ਨਹੀਂ ਰੋਕਿਆ। ਜੀ। ਉਹ ਮੈਨੂੰ ਪਕੜ ਕੇ ਖਿੱਚ ਧੂ ਕੇ ਯਮਰਾਜ ਕੋਲ, ਧਰਮਰਾਜ ਕੋਲ ਪੇਸ਼ ਕਰਿਆ। ਜੀ। ਮੈਂ ਉਹਨਾਂ ਨੂੰ ਬਹੁਤ ਕਿਹਾ ਵੀ ਮੇਰੇ ਬੱਚੇ ਆ, ਮੈਨੂੰ ਛੱਡ ਦਿਓ, ਪਰ ਕਿਸੇ ਨੇ ਕਹਿੰਦਾ ਮੇਰੀ ਗੱਲ ਨਹੀਂ ਸੁਣੀ। ਜੀ। ਧਰਮਰਾਜ ਕੋਲ ਪੇਸ਼ ਕਰਿਆ। ਮੈਂ ਫਿਰ ਉਹਨੂੰ ਇਹ ਵੀ ਪੁੱਛ ਲਿਆ ਵੀ ਤੂੰ ਧਰਮਰਾਜ ਦੇ ਦਰਸ਼ਨ ਕਰੇ, ਮੈਨੂੰ ਵੀ ਦੱਸ। ਜੀ। ਉਹ ਕਹਿੰਦਾ ਬਹੁਤ ਵੱਡੀ ਕੁਰਸੀ ਤੇ ਬੈਠਿਆ ਸੀ, ਬਹੁਤ ਵੱਡਾ ਚਿਹਰਾ ਸੀ, ਬਹੁਤ ਵੱਡਾ ਇੱਕ ਪੱਤਰਾ ਲੈ ਕੇ ਖੋਲ ਰਿਹਾ ਸੀ, ਕੁਝ ਦੇਖ ਰਿਹਾ ਸੀ। ਜੀ। ਮੋਰ ਖੰਭ ਲੱਗੇ ਹੋਏ ਸੀ ਉਹਦੀ ਕੁਰਸੀ ਦੇ ਪਿੱਛੇ। ਮੈਂ ਉਸ ਨੂੰ ਵੀ ਐਵੇਂ ਹੀ ਗੜਗੜਾ ਰਿਹਾ ਸੀ ਹੱਥ ਜੋੜ ਕੇ ਵੀ ਮੈਨੂੰ ਛੱਡ ਦਿਓ, ਮੇਰੇ ਬੱਚੇ ਆ। ਜੀ। ਯਮਾ ਨੇ ਮੈਨੂੰ ਫੜਿਆ ਹੋਇਆ ਸੀ ਤੇ ਯਮਰਾਜ ਨੇ ਮੇਰੇ ਕੰਨੀ ਨਹੀਂ ਦੇਖਿਆ। ਜੀ। ਕਹਿੰਦਾ ਫਿਰ ਮੈਂ ਕਿਹਾ ਦੇਖੋ ਤੁਹਾਡੇ ਗਊਆਂ ਛਡਾਉਣਾ ਮੈਂ ਟਰੱਕ ਬੁੱਚੜਾਂ ਤੋਂ, ਜੀ। ਜੇ ਤੁਸੀਂ ਮੈਨੂੰ ਛੱਡ ਦੋਗੇ ਤੁਹਾਡੀ ਗਾਈਆਂ ਫਿਰ ਬਚਾਉਂਗਾ। ਜੀ। ਕਹਿੰਦਾ ਧਰਮਰਾਜ ਨੇ ਮੇਰੇ ਕੰਨੀ ਦੇਖਿਆ, ਕਹਿੰਦਾ ਜਾਓ ਇਹਨੂੰ ਛੱਡ ਕੇ ਆਓ। ਕਹਿੰਦਾ ਫਿਰ ਮੈਨੂੰ ਲਿਜਾ ਕੇ ਪਤਾ ਨਹੀਂ ਕਿੱਥੇ ਧੱਕਾ ਮਾਰਿਆ, ਮੈਂ ਜਿੰਦਾ ਹੋ ਗਿਆ। ਜੀ। ਮੈਂ ਕਿਹਾ ਹੁਣ ਪ੍ਰੋਬਲਮ ਕੀ ਹੈ? ਕਹਿੰਦਾ ਮੇਰੇ ਘਰ ਦੇ ਕਹਿੰਦੇ ਆ, ਮੇਰੇ ਮਾਤਾ ਪਿਤਾ, ਜੇ ਤੂੰ ਹੁਣ ਟਰੱਕ ਦੇ ਮਗਰ ਗਿਆ ਗਊਆਂ ਦੇ, ਜੀ। ਜਾਂ ਤਾਂ ਤੂੰ ਆਪ ਜ਼ਹਿਰ ਖਾ ਲਈ ਜਾਂ ਫਿਰ ਸਾਨੂੰ ਦੇ ਦੇ। ਵੀ ਮੈਂ ਹੁਣ ਧਰਮ ਸੰਕਟ 'ਚ ਹਾਂ, ਮੈਨੂੰ ਤੁਸੀਂ ਦੱਸੋ ਵੀ ਮੈਂ ਕੀ ਕਰਾਂ। ਜੀ। ਮੈਂ ਫਿਰ ਉਹਨੂੰ ਕਿਹਾ ਵੀ ਸਿੱਧੀ ਜੀ ਗੱਲ ਹੈ, ਤੇਰੇ ਨਾਲ ਗਿਆ ਸੀ ਕੋਈ ਉੱਪਰ? ਕਹਿੰਦਾ ਨਾ। ਮੈਂ ਕਿਹਾ ਪ੍ਰੋਮਿਸ ਕਰਿਆ ਧਰਮਰਾਜ ਨੂੰ ਜੀ। ਵਾਪਸ ਆਉਣ ਵਾਸਤੇ ਵੀ ਗਊਆਂ ਬਚਾਉਂਗਾ? ਕਹਿੰਦਾ ਹਾਂ। ਮੈਂ ਕਿਹਾ ਫਿਰ ਜੇ ਦੁਬਾਰਾ ਤੈਨੂੰ ਲੈ ਗਿਆ, ਪ੍ਰੋਮਿਸ ਤੋੜੇਗਾ ਜੀ, ਤਾਂ ਫਿਰ ਤੈਨੂੰ ਕਿਸੇ ਨੇ ਨਹੀਂ ਬਚਾਉਣਾ, ਤੂੰ ਆਪ ਦਾ ਕੰਮ ਕਰ। ਉਹ ਅੱਜ ਵੀ ਮੁੰਡਾ ਸੇਵਾ ਕਰਦਾ ਤੇ ਜਿੰਦਾ ਹੈ। ਗਊ ਰਕਸ਼ਾ ਦਲ ਦਾ ਕੰਮ ਅੱਜ ਵੀ ਕਰਦਾ। ਅੱਜ ਵੀ ਉਹਦੇ ਕਰਦਾ। ਪਰਿਵਾਰ ਵਾਲੇ ਮੰਨ ਗਏ ਹੁਣ? ਨਹੀਂ, ਪਰਿਵਾਰ ਵਾਲੇ ਨਹੀਂ ਮੰਨੇ ਸੀ, ਉਸ ਨੂੰ ਘਰੋਂ ਅਲੱਗ ਕਰਤੇ ਸੀ। ਜੀ। ਉਹਨੇ ਆਪਣਾ ਅਲੱਗ ਰਹਿ ਕੇ ਕੰਮ ਕਰਿਆ, ਆਪਣੀ ਜ਼ਿੰਦਗੀ ਮਤਲਬ ਦਾਅ ਤੇ ਲਾਈ। ਦਾਅ ਤੇ ਲਾਈ ਉਸਨੇ, ਤੇ ਉਹ ਅੱਜ ਵੀ ਜਿੰਦਾ ਹੈ। ਉਸ ਨਾਲ ਤੁਸੀਂ ਗੱਲ ਕਰ ਸਕਦੇ ਆ, ਉਹ ਸਾਰੀ ਗੱਲ ਤੁਹਾਨੂੰ ਦੱਸੇਗਾ। ਸਤੀਸ਼ ਜੀ, ਆਏ ਨਹੀਂ ਲੱਗਦਾ ਜਿਹੜੀਆਂ ਕਹਾਣੀਆਂ ਤੁਸੀਂ ਸੁਣਾ ਰਹੇ ਹੋ ਉਹ ਕਿਤੇ ਫਿਲਮ 'ਚ ਜਾਂ ਕਿਤੇ ਟੀਵੀ 'ਚ ਹੀ ਦੇਖੀਆਂ ਹੋਣ? ਕਿਉਂਕਿ ਅਸਲ 'ਚ ਇਹ ਚੀਜ਼ਾਂ ਹੋਣੀਆਂ ਸਾਡੇ ਅਕੋਰਡਿੰਗ ਸੰਭਵ ਨਹੀਂ ਹੈਗੀਆਂ, ਕਿਉਂਕਿ ਅਸਲ ਦੇ ਇਹ ਚੀਜ਼ਾਂ ਫਿਲਮ 'ਚ ਦੇਖਣ ਨੂੰ ਮਿਲਦੀਆਂ ਨੇ ਵੀ ਕੋਈ ਕਿਸੇ ਬੰਦੇ ਦੀ ਮੌਤ ਹੋ ਗਈ, ਤੁਸੀਂ ਗਏ ਪ੍ਰਾਰਥਨਾ ਕੀਤੀ, ਉਹ ਬੰਦਾ ਯਮਰਾਜ ਕੋਲ ਜਾ ਕੇ ਵਾਪਸ ਆ ਗਿਆ। ਇਹ ਪ੍ਰੈਕਟੀਕਲੀ ਕਿਵੇਂ ਹੋ ਸਕਦਾ ਹੈ? ਦੇਖੋ, ਇਹ ਗੱਲਾਂ ਹਰ ਕਿਸੇ ਦੇ ਅੱਗੇ ਕਰਨ ਵਾਲੀਆਂ ਵੀ ਨਹੀਂ ਹੈ। ਜੀ ਬਿਲਕੁਲ। ਜੋ ਗੱਲ ਤੁਸੀਂ ਕਹੀ ਹੈ ਹਰ ਆਦਮੀ ਕਹੂਗਾ ਜੀ, ਕਿਉਂਕਿ ਸੰਸਾਰਿਕ ਲੋਕ ਹੈ, ਇਹਨਾਂ ਨੂੰ ਉਹਦੀ ਸੱਤਾ ਬਾਰੇ, ਉਹਦੀ ਤਾਕਤ ਬਾਰੇ ਨਹੀਂ ਜਾਣਦੇ। ਜੀ। ਜਿਸ ਤਰ੍ਹਾਂ ਕਿ ਤੁਸੀਂ ਕੋਈ ਚੋਰ ਆਦਮੀ ਜੀ। ਧਨਵਾਨ ਨੂੰ ਕਹੇ ਵੀ ਤੂੰ ਆਪਣਾ ਧਨ ਦਿਖਾ, ਦੱਸ ਕਿੰਨਾ ਹੈ, ਜੀ, ਕਿ ਉਹ ਕੋਈ ਵਚਨਬੱਧ ਹੈ ਉਸ ਨੂੰ ਦੱਸਣਾ? ਜੀ। ਇਸ ਕਰਕੇ ਅਸੀਂ ਇਹ ਗੱਲ ਨਹੀਂ ਕਰਦੇ, ਜੀ। ਕਿਉਂਕਿ
ਜਿਹੜੇ ਲੋਕ ਹੈ ਇਹਦਾ ਮਜ਼ਾਕ ਵੀ ਬਣਾ ਸਕਦੇ ਜੀ ਬਿਲਕੁਲ। ਮੈਂ ਤਾਂ ਸੱਚਮੁੱਚ ਇਹ ਸਾਰਾ ਕੁਝ ਦੇਖਿਆ, ਮੇਰੇ ਕੋਲ ਹੈ, ਮੇਰੇ ਕੋਲ ਗਵਾਹ ਹੈ, ਜੀ। ਮੇਰੇ ਨਾਲ ਵਾਲੇ ਲੋਕ ਸਾਰੇ ਜਾਣਦੇ ਆ ਇਸ ਗੱਲਾਂ ਨੂੰ, ਜੀ। ਤੇ ਮੈਂ ਇਸ ਨੂੰ ਜ਼ਿਆਦਾ ਉਜਾਗਰ ਵੀ ਨਹੀਂ ਕਰਨਾ ਚਾਹੁੰਦਾ। ਅੱਜ ਮੈਨੂੰ ਮਜਬੂਰਨ ਜੀ। ਤੁਹਾਡੇ ਕਹਿਣ ਤੇ ਬੈਠਣਾ ਪੈ ਰਿਹਾ ਹੈ, ਜੀ। ਕਿਉਂਕਿ ਜਿਹੜੇ ਲੋਕ ਭਗਵਾਨ ਨੂੰ ਮੰਨਦੇ ਆ ਕਮ ਸੇ ਕਮ ਉਹਨਾਂ ਨੂੰ ਤਾਂ ਪਤਾ ਲੱਗੇ ਜੀ। ਵੀ ਭਗਵਾਨ ਦੇ ਅੰਦਰ ਐਡੀ ਤਾਕਤ ਹੁੰਦੀ ਤੁਸੀਂ ਹੈ। ਸਤੀਸ਼ ਜੀ ਪਿੱਛੇ ਜੇ ਹੁਣੀ ਆਪਣੀ ਗੱਲਬਾਤ 'ਚ ਇੱਕ ਇੱਛਾ ਸ਼ਕਤੀ ਦੀ ਗੱਲ ਕੀਤੀ ਕਿ ਜਿਸ ਬੰਦੇ ਦੀ ਇੱਛਾ ਸ਼ਕਤੀ ਹੋਵੇ ਹਾਂ। ਹਨਾ ਉਹ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਇੱਛਾ ਸ਼ਕਤੀ ਤੁਸੀਂ ਕਿਉਂ ਕਿਸ ਦੀ ਨਹੀਂ ਹੋਏਗੀ, ਮੈਨੂੰ ਇੱਕ ਗੱਲ ਦੱਸੋ। ਕੌਣ ਨਹੀਂ ਚਾਹੁੰਦਾ ਕਿ ਉਹ ਟਾਟਾ ਬਿਰਲਾ ਬਣੇ, ਕੌਣ ਨਹੀਂ ਚਾਹੁੰਦਾ ਕਿ ਉਹ ਸਚਿਨ ਤੰਦੂਲਕਰ ਬਣੇ। ਹਰ ਇੱਕ ਬੰਦੇ ਦੀ ਇੱਛਾ ਸ਼ਕਤੀ ਹੋਏਗੀ, ਮੇਰੀ ਵੀ ਇੱਛਾ ਸ਼ਕਤੀ ਹੋਏਗੀ, ਤੁਹਾਡੀ ਵੀ ਇੱਛਾ ਸ਼ਕਤੀ ਹੋਏਗੀ। ਇੱਛਾ ਸ਼ਕਤੀ ਨਾਲ ਬੰਦਾ ਜੋ ਚੀਜ਼ ਸੋਚਦਾ ਹੈ ਉਹ ਜ਼ਰੂਰੀ ਹੈ ਕਿ ਪੂਰੀ ਹੋਏਗੀ। ਬਿਲਕੁਲ ਪੂਰੀ ਹੋਏਗੀ ਇੱਛਾ ਸ਼ਕਤੀ, ਪਰ ਜਿਸ ਤਰ੍ਹਾਂ ਕਿ ਆਪਾਂ ਦਿੱਲੀ ਜਾਣਾ ਹੈ ਜੀ। ਤਾਂ ਦਿੱਲੀ ਜਾਣ ਵਾਸਤੇ ਦਿੱਲੀ ਵਾਲੀ ਸੜਕ ਤੇ ਆਪਾਂ ਨੂੰ ਚੜ੍ਹਨਾ ਪਏਗਾ ਜੀ। ਔਰ ਚੱਲਣਾ ਪਏਗਾ। ਜੀ। ਜੇ ਆਪਾਂ ਅੰਮ੍ਰਿਤਸਰ ਵਾਲੀ ਸੜਕ ਤੇ ਚੜ੍ਹ ਜਾਾਂਗੇ, ਕਹਾਂਗੇ ਦਿੱਲੀ ਜਾਣਾ, ਜੀ ਤਾਂ ਆਪਾਂ ਦਿੱਲੀ ਨਹੀਂ ਪਹੁੰਚ ਪਾਵਾਂਗੇ। ਬਿਲਕੁਲ। ਔਰ ਪਹੁੰਚਣ ਦੇ ਕਈ ਸਾਧਨ ਹੈ। ਜੀ। ਪਹਿਲਾਂ ਲੋਕ ਪੈਦਲ ਜਾਂਦੇ ਸੀ, ਜੀ। ਫਿਰ ਘੋੜਿਆਂ ਤੇ ਜਾਣ ਲੱਗ ਗਏ, ਜੀ। ਗੱਡਿਆਂ ਤੇ ਜਾਣ ਲੱਗ ਗਏ। ਜੀ। ਹੁਣ ਸਾਧਨ ਵੱਡੇ ਆ, ਕਾਰ ਤੇ ਜਾ ਸਕਦੇ ਆ, ਜੀ। ਬਾਏ 에ਅਰ ਜਾ ਸਕਦੇ ਆ। ਜੀ। ਜਿਸਨੇ ਜਿੰਨੀ ਜਲਦੀ ਜਾਣਾ ਹੈ ਜੀ। ਉਹ ਪਹੁੰਚ ਸਕਦਾ ਹੈ। ਜੀ। ਜਿੰਨੀ ਜ਼ਿਆਦਾ ਉਹਦੇ ਕੋਲ ਪਾਵਰ ਹੈ, ਜੀ। ਵਿਲ ਪਾਵਰ ਹੈ, ਸਾਰਾ ਕੁਝ ਹੈ, ਉਹ ਉਨੀ ਜਲਦੀ ਆਪਣੇ ਏਮ ਨੂੰ ਹਾਸਲ ਕਰ ਸਕਦਾ ਹੈ। ਜੀ ਬਿਲਕੁਲ। ਤਾਂ ਤੁਸੀਂ ਇੱਕ ਆਪਣੀ ਬੁੱਕ ਦਾ ਵੀ ਜ਼ਿਕਰ ਕੀਤਾ ਹੁਣੇ ਕਿ ਇੱਕ ਬੁੱਕ ਤੁਹਾਡੇ ਵੱਲੋਂ ਲਿਖੀ ਗਈ ਹੈ, ਉਸ ਦੇ ਵਿੱਚ ਕੀ ਇਹ ਜਿਹੇ ਚਮਤਕਾਰ ਜਿਹੜੇ ਤੁਸੀਂ ਵੇਖੇ ਨੇ ਆਪਣੀ ਜ਼ਿੰਦਗੀ ਵਿੱਚ, ਤੁਸੀਂ ਕਹਿੰਦੇ ਹੋ ਕਿ ਤੁਸੀਂ ਚਮਤਕਾਰ ਵੇਖੇ ਨੇ, ਉਹ ਚਮਤਕਾਰ ਲਿਖੇ ਨੇ ਬੁੱਕ 'ਚ ਜਾਂ ਕੀ ਹੈ ਉਹਦੇ 'ਚ ਖਾਸ? ਦੇਖੋ, ਇੱਕ ਤਾਂ ਮੈਂ ਜੋ ਆਪਣੀ ਲਾਈਫ 'ਚ ਜੀ ਅੱਜ ਤੱਕ ਚਮਤਕਾਰ ਦੇਖੇ ਆ, ਜੀ, ਉਹ ਮੈਂ ਉਸ ਦੀ ਬੁੱਕ ਲਿਖੀ ਹੈ। ਪਹਿਲੀ ਗੱਲ ਤਾਂ ਬੁੱਕ ਲਿਖਣਾ ਵੀ ਮੇਰੇ ਵਾਸਤੇ ਇੱਕ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਕਿਉਂ? ਕਿਉਂਕਿ ਮੈਂ ਵਰਿੰਦਾਵਨ ਜਾਇਆ ਕਰਦਾ, ਉੱਥੇ ਇੱਕ ਸੰਤ ਮੈਂ ਉਹਨਾਂ ਨੂੰ ਹਰ ਵਾਰ ਕੋਈ ਨਾ ਕੋਈ ਗਊ ਮਾਤਾ ਦਾ ਚਮਤਕਾਰ ਦੱਸਦਾ ਸੀ ਜੋ ਮੈਂ ਆਪਣੀ ਲਾਈਫ 'ਚ ਦੇਖਦਾ ਸੀ। ਜੀ। ਉਹਨਾਂ ਨੇ ਮੈਨੂੰ ਕਿਹਾ, ਸਤੀਸ਼ ਤੂੰ ਲਿਖ ਕੇ ਲਿਆ ਸਾਰੇ, ਮੈਂ ਇੱਕ ਗ੍ਰੰਥ 'ਚ ਇਹ ਸਾਰੇ ਚਮਤਕਾਰ ਲਿਖਾਂਗਾ ਵੀ ਤਾਂ ਕਿ ਲੋਕਾਂ ਨੂੰ ਵੀ ਪਤਾ ਚੱਲ ਸਕੇ। ਜੀ। ਤਾਂ ਮੈਂ ਆ ਕੇ ਪੈਨ ਚੱਕਣਾ, ਲਿਖਣਾ ਸ਼ੁਰੂ ਕਰਨਾ, ਤਾਂ ਮੇਰੇ ਦਿਮਾਗ 'ਚੋਂ ਨਿਕਲ ਜਾਣਾ। ਇਹ ਕਿਉਂ? ਇੱਕ ਤਾਂ ਮੈਂ ਇਹ ਸਮਝਦਾ, ਮੈਂ ਸਾਰੀ ਉਮਰ ਗੇਮ ਕਰੀ ਹੈ, ਜੀ। ਮੈਂ ਪਾਵਰ ਲਿਫਟਿੰਗ ਦਾ ਇੰਟਰਨੈਸ਼ਨਲ ਪਲੇਅਰ ਰਿਹਾ ਜੀ। ਵੀ ਦਿਮਾਗ ਮੇਰਾ ਮੋਟਾ ਹੈ। ਜੀ। ਮੈਨੂੰ ਕਈ ਵਾਰੀ ਦੁਪਹਿਰ ਦਾ ਖਾਣਾ ਖਾਇਆ ਵੀ ਯਾਦ ਨਹੀਂ ਰਹਿੰਦਾ। ਜੀ। ਪਰ ਉਹ ਇੱਕ ਚਮਤਕਾਰ ਤੋਂ ਘੱਟ ਨਹੀਂ ਜੋ ਮੈਂ ਬੁੱਕ ਲਿਖੀ ਹੈ। ਕਿਵੇਂ? ਮੈਂ 6 ਮਹੀਨੇ ਮੈਨੂੰ ਲੱਗੇ, ਮੈਂ ਜਦੋਂ ਪੈਨ ਚੱਕਣਾ ਮੈਂ ਭੁੱਲ ਜਾਣਾ, ਮੈਨੂੰ ਯਾਦ ਨਹੀਂ ਰਹਿਣਾ। ਜੀ। ਮੈਂ 6 ਮਹੀਨੇ 'ਚ 5-4 ਚਮਤਕਾਰ ਲਿਖ ਸਕਿਆ। ਜੀ। ਰਸਤੇ 'ਚ ਯਾਦ ਆਣਾ, ਮੈਂ ਕਿਹਾ ਜਾ ਕੇ ਮੈਂ ਗਊਸ਼ਾਲਾ ਬੈਠਾਂਗਾ, ਲਿਖਾਂਗਾ, ਜਦੋਂ ਮੈਂ ਲਿਖਣ ਲੱਗਣਾ ਭੁੱਲ ਜਾਣਾ। ਫਿਰ ਮੈਂ ਗਊ ਮਾਤਾ ਨੂੰ ਇੱਕ ਦਿਨ ਬੈਠ ਕੇ ਪ੍ਰਾਰਥਨਾ ਕਰੀ। ਜੀ। ਪ੍ਰਾਰਥਨਾ ਕਰੀ, ਮੈਂ ਕਿਹਾ ਗਊ ਮਾਤਾ ਦੇਖ, ਇਹ ਜਿਹੜੇ ਚਮਤਕਾਰ ਹੈ ਇਹ ਤੇਰੀ ਮਹਿਮਾ ਹੈ। ਜੀ। ਜੇ ਲੋਕਾਂ ਨੂੰ ਪਤਾ ਲੱਗੇਗੀ, ਲੋਕ ਤੇਰੀ ਪੂਜਾ ਕਰਨਗੇ, ਤੇਰੀ ਰੱਖਿਆ ਕਰਨਗੇ। ਜੀ। ਤੇ ਮੇਰਾ ਇਸ 'ਚ ਕੁਝ ਨਹੀਂ ਹੈ, ਜੀ। ਇਹ ਮੇਰੇ ਚਮਤਕਾਰ ਨਹੀਂ ਹੈ। ਤਾਂ ਮੈਂ ਇੰਨੀ ਗੱਲ ਕਰੀ ਤਾਂ ਮੇਰੇ ਇਸ ਤਰ੍ਹਾਂ ਲੱਗਿਆ ਵੀ ਮੇਰੇ ਦਿਮਾਗ ਦੇ ਅੰਦਰ ਕੋਈ ਕਈ ਹਜ਼ਾਰ ਵਾਟ ਦੀ ਚਾਨਣਾ ਲਾਈਟ ਬਲ ਜਾਂਦੀ ਹੈ। ਜੀ। ਤਾਂ ਮੈਂ 25-30 ਸਾਲ ਪਿੱਛੇ ਚਲੇ ਜਾਂਦਾ, ਮੈਨੂੰ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ। ਮੈਂ ਪੈਨ ਚੱਕਦਾ, ਉਹਨਾਂ ਦਾ ਹੈਡਿੰਗ ਲਿਖ ਦਿੰਦਾ। ਮੈਂ 2 ਦਿਨ 'ਚ ਉਹ ਬੁੱਕ ਲਿਖੀ ਆ। 2 ਦਿਨ 'ਚ ਬੁੱਕ ਲਿਖਤੀ ਪੂਰੀ? ਕਿੰਨੇ ਪੇਜਾਂ ਦੀ ਬੁੱਕ ਹੈ? ਉਹ 100-150 ਪੇਜ ਹੈ। 100-150 ਪੇਜ ਹਾਂ। ਦਾ। ਤੇ ਕਹਿਣ ਦਾ ਮਤਲਬ ਬਈ ਇਹ ਚਮਤਕਾਰ ਤੋਂ ਘੱਟ ਨਹੀਂ ਹੈ। ਜੀ। ਫਿਰ ਮੈਂ ਆਪਣੀ ਲਾਈਫ 'ਚ ਕਦੀ ਲਿਖਿਆ ਨਹੀਂ ਹੈ, ਕਦੀ ਕੋਈ ਗੀਤ ਨਹੀਂ ਲਿਖਿਆ ਸੀ। ਜੀ। ਜੇਲ੍ਹ ਦੇ ਅੰਦਰ ਮੈਂ 1,500 ਦੇ ਕਰੀਬ ਗੀਤ ਲਿਖਿਆ। ਜੀ। 5 ਮੈਨੇ ਗ੍ਰੰਥ ਲਿਖੇ ਆ ਗਊਆਂ ਤੇ, ਜੀ। ਕਾਉ ਥੈਰੇਪੀ ਤੇ ਗ੍ਰੰਥ ਲਿਖਿਆ। ਜੀ। ਹਾਂਜੀ, ਗੀਤਾਂ ਨੂੰ ਪੰਜਾਬੀ ਦੇ ਗੀਤ 'ਚ ਤਬਦੀਲ ਕਰਿਆ। ਜੀ। ਮੇਰੀ ਬੁੱਧੀ ਇੰਨੀ ਨਹੀਂ ਸੀ ਵੀ ਮੈਂ ਇੰਨਾ ਕੁਝ ਕਰ ਸਕਦਾ। ਜੀ। ਉਹ ਫਿਰ ਵੀ ਭਗਵਾਨ ਨੇ ਮੇਰੇ ਤੋਂ ਕਰਾਇਆ। ਜੀ। ਇਹ ਚਮਤਕਾਰ ਤੋਂ ਘੱਟ ਨਹੀਂ ਹੈ। ਜਦੋਂ ਵੀ ਮੈਂ ਪੈਨ ਚੱਕਿਆ, ਉਹਦੇ ਅੰਦਰ ਕਟਿੰਗ ਨਹੀਂ ਹੋਈ ਕੋਈ ਜੀ। ਵੀ, ਉਹ ਐਜ਼ ਇਟ ਇਜ਼ ਲਿਖਿਆ ਗਿਆ, ਜੋ ਉੱਪਰੋਂ ਆਂਦਾ ਸੀ ਮੈਂ ਲਿਖੀ ਗਿਆ। ਜੀ। ਇਹ ਮੇਰੇ ਨਾਲ ਇਹ ਚਮਤਕਾਰ ਹੋਇਆ। ਤੁਸੀਂ ਚਮਤਕਾਰਾਂ ਦੀ ਗੱਲ ਕਰ ਰਹੇ ਹੋ, ਗੱਲ ਕਰਦੇ ਹਾਂ ਬਾਗੇਸ਼ਵਰ ਬਾਬਾ ਦੀ। ਬਾਗੇਸ਼ਵਰ ਬਾਬਾ ਇਸ ਵੇਲੇ ਦੇਸ਼ ਦੁਨੀਆ ਦੇ ਵਿੱਚ ਚਰਚਿਤ ਨੇ, ਜਿਹੜੇ ਮੰਨਦੇ ਨੇ ਕਿ ਉਹਨਾਂ ਕੋਲ ਇਹ ਜੀ ਪਾਵਰ ਹੈ ਕਿ ਉਹ ਦੇਸ਼ ਨੂੰ, ਇੰਡੀਆ ਨੂੰ ਜਿਹੜਾ ਹੈਗਾ, ਹਿੰਦੁਸਤਾਨ ਨੂੰ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜੀ ਸੋਚ ਹੈ ਉਹਨਾਂ ਦੀ ਬਹੁਤ ਵੱਡੀ ਔਰ ਵਧੀਆ ਸੋਚ ਹੈ। ਉਹ ਜਿਹੜੀ ਆਪਣੀ ਪਾਵਰ ਹੈ ਜੀ,
ਭਗਵਾਨ ਨੇ ਜਾਂ ਕੁਦਰਤ ਨੇ ਉਸ ਨੂੰ ਪਾਵਰ ਦਿੱਤੀ ਹੈ, ਉਸ ਪਾਵਰ ਨੂੰ ਆਪਣੇ ਧਰਮ ਦੇ ਅੰਦਰ ਯੂਜ਼ ਕਰਨਾ, ਜੀ। ਨਾ ਕਿ ਕਿਸੇ ਹੋਰ ਕੰਮ ਦੇ ਅੰਦਰ ਯੂਜ਼ ਕਰਨਾ, ਤੇ ਉਹ ਇੱਕ ਬਹੁਤ ਵੱਡੀ ਉਹਨਾਂ ਦਾ ਬੜੱਪਣ ਹੈ ਉਹਨਾਂ ਦੀ। ਮੈਂ ਕਹਿ ਰਿਹਾ ਉਹ ਜਿਸ ਤਰ੍ਹਾਂ ਕਿ ਆਪਾਂ ਉਹਨਾਂ ਦੀ ਪ੍ਰਸ਼ੰਸਾ ਬਾਰੇ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈ ਜੋ ਉਹ ਉਹਨਾਂ ਨੇ ਸੋਚ ਰੱਖੀ ਹੈ। ਤੁਸੀਂ ਇਹਨੂੰ ਵਡੱਪਨ ਕਹਿ ਰਹੇ ਹੋ, ਅਸੀਂ ਇਹਨੂੰ ਬਾਇਸਡ ਕਹਿ ਰਹੇ ਹਾਂ, ਕਿਉਂਕਿ ਹਿੰਦੁਸਤਾਨ ਇੰਡੀਆ ਕੱਲੇ ਹਿੰਦੂਆਂ ਲਈ ਜਾਂ ਇੱਕ ਧਰਮ ਲਈ ਬਣਿਆ। ਬਾਕੀ ਧਰਮ ਕਿੱਥੇ ਜਾਣ? ਜਿਹੜੇ ਬਾਕੀ ਧਰਮ ਨੇ, ਸਿੱਖ ਨੇ, ਈਸਾਈ ਨੇ, ਮੁਸਲਿਮ ਨੇ, ਉਹ ਕਿੱਥੇ ਜਾਣ ਫਿਰ ਉਹ ਜੇ ਹਿੰਦੂ ਰਾਸ਼ਟਰ ਬਣੇਗਾ ਤਾਂ? ਨਹੀਂ, ਹਿੰਦੂ ਰਾਸ਼ਟਰ ਦਾ ਮਤਲਬ ਇਹ ਨਹੀਂ ਹੈ ਵੀ ਬਾਕੀ ਇੱਥੋਂ ਚਲੇ ਜਾਣਗੇ ਜੀ। ਹਾਂਜੀ, ਸਾਰੇ ਨਹੀਂ ਇੱਥੇ ਰਹਿਣਾ। ਉਹ ਤਾਂ ਦੇਖੋ ਇੱਕ 2% ਲੋਕ ਆਪਣੇ ਵੱਖਰੇ ਦੇਸ਼ ਦੀ ਮੰਗ ਕਰ ਸਕਦੇ ਆ ਜੀ, ਤਾਂ 80% ਜਿਹੜੇ 90% ਤੱਕਰ ਜੀ, ਉਹ ਕਿਆ ਉਹਨਾਂ ਬਾਰੇ ਮੰਗ ਰੱਖਣਾ ਕਿਆ ਜਾਇਜ਼ ਨਹੀਂ ਹੈ? ਅਸੀਂ ਆਪਣੇ ਸੰਸਕਾਰਾਂ ਨੂੰ ਮੰਨ ਸਕੀਏ ਸਾਡੇ ਦੇਸ਼ ਦੇ ਅੰਦਰ। ਇਹ ਇਸ ਕਰਕੇ ਹਿੰਦੂ ਰਾਸ਼ਟਰ ਦੀ ਜ਼ਰੂਰਤ ਹੈ। ਜਿਹੜੇ ਹੋਰ ਧਰਮਾਂ ਦੇ ਲੋਕ ਰਹਿ ਰਹੇ ਉਹ ਸਾਡੇ ਧਰਮ ਦੀ ਇੱਜ਼ਤ ਨਹੀਂ ਕਰਦੇ। ਜੀ। ਉਹ ਗਊ ਨੂੰ ਨਹੀਂ ਮੰਨਦੇ, ਗਊ ਕੱਟ ਕੇ ਖਾਂਦੇ ਆ, ਅਸੀਂ ਗਊ ਨੂੰ ਪੂਜਦੇ ਆ। ਫਿਰ ਅਸੀਂ ਕਿਵੇਂ ਬਰਦਾਸ਼ਤ ਕਰੀਏ? ਜੀ। ਫਿਰ ਅਸੀਂ ਨਹੀਂ ਚਾਹਾਂਗੇ ਵੀ ਸਾਡਾ ਇਹ ਦੇਸ਼ ਹੈ ਹਿੰਦੂ ਰਾਸ਼ਟਰ ਬਣੇ, ਜੀ, ਜਿੱਥੇ ਗਊ ਦੀ ਮਤਲਬ ਪੂਜਾ ਹੋਵੇ। ਸਤੀਸ਼ ਕੁਮਾਰ ਚਾਹੁੰਦੇ ਨੇ ਹਾਂ। ਕਿ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇ। ਬਿਲਕੁਲ ਬਣਾਉਣਾ ਚਾਹੀਦਾ ਤਾਂ ਕਿ ਧਰਮ ਦੀ ਹਾਨੀ ਨਾ ਹੋਵੇ। ਸਾਡੇ ਧਰਮ ਨੂੰ ਬਚਾਉਣ ਵਾਸਤੇ ਸਾਰੇ ਦੁਨੀਆ ਹਿੰਦੂ ਮੁਲਕ ਸੀ, ਸਾਰੇ ਸਨਾਤਨੀ ਸੀ ਧਰਤੀ ਦੇ ਉੱਪਰ, ਬ੍ਰਹਮੰਡ ਦੇ ਉੱਪਰ ਸਨਾਤਨ ਸੀ। ਉਹ ਜਿਹੜੇ ਪਾਪੀ ਆਏ ਆ ਧਰਤੀ ਦੇ ਉੱਪਰ, ਮਲਿਛ ਆਏ ਆ, ਜੀ। ਉਹਨਾਂ ਨੇ ਹੌਲੀ ਹੌਲੀ ਸਾਡੇ ਧਰਮ ਨੂੰ ਖਤਮ ਕਰ ਦਿਆ। ਇਹ ਇੱਕੋ ਹੀ ਦੇਸ਼ ਬਚਿਆ, ਜੇ ਅਸੀਂ ਇਸ ਨੂੰ ਵੀ ਨਹੀਂ ਬਚਾ ਸਕੇ ਤਾਂ ਇਹ ਵੀ ਖਤਮ ਹੋ ਜਾਊਗਾ। ਸਾਰੇ ਰਾਖਸ਼ ਪੈਦਾ ਹੋ ਜਾਣਗੇ, ਇੱਥੇ ਵੀ ਗਊਆਂ ਵੱਢ ਕੇ ਖਾਣਗੇ ਜਿਵੇਂ ਬਾਹਰਲੇ ਮੁਲਕਾਂ 'ਚ ਖਾਂਦੇ ਆ। ਤੁਸੀਂ ਹੁਣੀ ਗੱਲ ਕੀਤੀ 2% ਦੀ। ਹਾਂ। 2% ਤੋਂ ਮੈਨੂੰ ਯਾਦ ਆਉਂਦਾ ਹੈ ਸੁਧੀਰ ਸੂਰੀ ਦਾ ਉਹ ਬਿਆਨ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਸੀਗਾ, ਜਿਸ ਤੋਂ ਬਾਅਦ ਅੱਜ ਉਹ ਆਪਣੇ ਵਿੱਚ ਨਹੀਂ ਰਹੇ। ਕਿਵੇਂ ਦੇਖਦੇ ਹੋ ਕਿ ਇਹ 2% ਵਾਲਾ ਬਿਆਨ ਤੁਹਾਡਾ ਸਹੀ ਹੈ? ਉਹਦੀ ਕੋਈ ਗੱਲ ਹੋਰ ਸੀ ਕਹਿਣ ਦੀ, ਮੇਰਾ ਕਹਿਣ ਦਾ ਮਤਲਬ ਕੁਝ ਹੋਰ ਹੈ। ਮੈਂ ਇਹ ਕਹਿ ਰਿਹਾ 2% ਦਾ ਉਸਨੇ ਕੁਝ ਹੋਰ ਗੱਲ ਕਰੀ ਹੈ ਆਪਣੇ ਹਿਸਾਬ ਨਾਲ, ਜੀ। ਮੈਨੂੰ ਨਹੀਂ ਪਤਾ ਕੀ ਗੱਲ ਕਰੀ ਹੋਵੇ। ਜੀ। ਮੈਂ ਇਹ ਗੱਲ ਕਰ ਰਿਹਾ ਵੀ 2% ਵਾਲਾ ਆਪਣਾ ਹੱਕ ਮੰਗ ਸਕਦਾ ਵੀ ਸਾਡਾ ਮੁਲਕ ਵੱਖਰਾ ਹੋਵੇ, ਜੀ। ਤਾਂ ਸਾਨੂੰ ਵੀ ਜਿਹੜੇ ਅਸੀਂ 80% ਤੋਂ ਉੱਪਰ ਹੈ ਦੇਸ਼ 'ਚ, ਜੀ। ਸਾਡਾ ਵੀ ਮੰਗਣ ਦਾ ਹੱਕ ਹੈ। ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ, ਮੈਂ ਉਹਨਾਂ ਨੂੰ ਕੋਈ ਗਲਤ ਨਹੀਂ ਕਹਿ ਰਿਹਾ। ਹਰ ਕਿਸੇ ਨੂੰ ਅਧਿਕਾਰ ਹੈ ਮੰਗ ਰੱਖਣ ਦਾ। ਜੀ। ਹਰ ਕਿਸੇ ਨੂੰ ਮੰਗਣ ਦਾ ਅਧਿਕਾਰ ਹੈ, ਮੰਗਣਾ ਕੋਈ ਜੁਰਮ ਨਹੀਂ ਹੈ। ਫਿਰ ਜਿਹੜੇ ਕੁਝ ਕੱਟੜਪੰਥੀਆਂ ਵੱਲੋਂ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉਹਨੂੰ ਜਾਇਜ਼ ਮੰਨਦੇ ਹੋਗੇ ਤੁਸੀਂ? ਬਿਲਕੁਲ ਨਹੀਂ ਜਾਇਜ਼ ਮੰਨਦਾ। ਉਹ ਵੀ ਆਪਣਾ ਹੱਕ ਹੈ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਹੱਕ ਮੰਗ ਰਹੇ ਨੇ, ਆਪਣਾ ਵੱਖਰਾ ਸੂਬਾ ਮੰਗ ਰਹੇ ਨੇ। ਨਹੀਂ, ਜੋ ਦੇਖੋ, ਜੇ ਤਾਂ ਖਾਲਿਸਤਾਨ 84 ਵਰਗਾ ਜਿਹੜਾ ਪਿੰਡਰਾਂ ਵਾਲੇ ਦੇ ਸਮੇਂ ਦਾ ਖਾਲਿਸਤਾਨ ਸੀ, ਜੀ, ਵੀ ਹਿੰਦੂਆਂ ਨੂੰ ਮਾਰ ਕੇ ਬਣਾਉਣਾ, ਜੀ। ਉਹ ਮੈਂ ਬਿਲਕੁਲ ਜਾਇਜ਼ ਨਹੀਂ ਸਮਝਦਾ। ਜੀ। ਉਹ ਗਲਤ ਹੈ ਮਾਰਨਾ। ਹਾਂ, ਰਜ਼ਾਮੰਦੀ ਨਾਲ ਸਰਕਾਰ ਕੋਲੋਂ ਮੰਗ ਰੱਖ ਕੇ ਜੀ, ਸਰਕਾਰ ਦਿੰਦੀ ਹੈ ਤਾਂ ਉਸ ਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ। ਹੁਣ ਅਸੀਂ ਜੇ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਹਾਂ, ਅਸੀਂ ਕਿਸੇ ਨੂੰ ਮਾਰਨ ਦੀ ਗੱਲ ਥੋੜਾ ਕਰ ਰਹੇ ਹਾਂ ਜੀ। ਵੀ ਉਸ ਨੂੰ ਮਾਰ ਕੇ ਬਣਾਉਣਾ। ਮਾਰ ਕੇ ਤਾਂ ਨਹੀਂ ਬਣਾਉਣ ਦੀ ਗੱਲ ਕਰ ਰਹੇ, ਜੀ। ਅਸੀਂ ਤਾਂ ਸਰਕਾਰ ਕੋਲੋਂ ਹੀ ਮੰਗ ਰੱਖ ਰਹੇ ਹਾਂ ਜੀ। ਇਕਜੁੱਟ ਹੋ ਕੇ। ਹਰ ਕਿਸੇ ਨੂੰ ਅਧਿਕਾਰ ਹੈ, ਪਰ ਹਿੰਸਾ ਫੈਲਾਣਾ, ਹਿੰਸਾ ਕਰਕੇ ਕਿਸੇ ਚੀਜ਼ ਨੂੰ ਹਾਸਲ ਕਰਨਾ, ਫਿਰ ਤਾਂ ਮੁਗਲਾਂ 'ਚ ਇਹਨਾਂ 'ਚ ਕੋਈ ਫਰਕ ਨਹੀਂ ਹੈ। ਜੀ। ਮੁਗਲਾਂ ਨੇ ਹਿੰਸਾ ਕਰੀ ਹੈ, ਜੀ। ਹਿੰਸਾ 'ਚ ਕੋਈ ਜਗ੍ਹਾ ਨਹੀਂ ਹੈ ਹਿੰਦੁਸਤਾਨ 'ਚ। ਜੀ, ਬਿਲਕੁਲ। ਤਾਂ ਗੱਲ ਕਰਦੇ ਹਾਂ ਬਗੇਸ਼ਵਰ ਬਾਬਾ ਦੀ। ਬਗੇਸ਼ਵਰ ਦੇ ਧਰਿੰਦਰ ਬਾਬਾ ਨੇ, ਉਹ ਕਹਿੰਦੇ ਨੇ ਕਿ ਉਹਨਾਂ ਕੋਲ ਬਾਲਾ ਜੀ ਦੀ ਕਿਰਪਾ, ਜਿਵੇਂ ਤੁਸੀਂ ਕਹਿੰਦੇ ਹੋ, ਤੁਸੀਂ ਵੀ ਮੈਨੂੰ ਕੁੱਲ ਮਿਲਾ ਕੇ ਉਹਨਾਂ ਦੀ ਇੱਕ ਫੋਟੋ ਸਟੇਟ ਕਾਪੀ ਲੱਗ ਰਹੇ ਹੋ ਗੱਲਾਂ ਤੋਂ, ਜਿਵੇਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਬਗੇਸ਼ਵਰ ਬਾਬਾ ਕਹਿੰਦੇ ਨੇ ਕਿ ਉਹਨਾਂ ਤੇ ਬਾਲਾ ਜੀ ਦੀ ਕਿਰਪਾ ਹੈ, ਜਿਸ ਦੇ ਨਾਲ ਉਹ ਚਮਤਕਾਰ ਕਰਦੇ ਨੇ। ਤੁਸੀਂ ਕਹਿੰਦੇ ਹੋ ਤੁਹਾਡੇ ਤੇ ਗਊ ਮਾਤਾ ਦੀ ਕਿਰਪਾ ਹੈ, ਤੇ ਤੁਸੀਂ ਵੀ ਚਮਤਕਾਰ ਕਰਦੇ ਹੋ, ਫਿਰ ਤੁਸੀਂ ਆਪਣੇ ਦੀਵਾਨ ਕਿਉਂ ਨਹੀਂ ਲਾਣੇ ਸ਼ੁਰੂ ਕਰ ਦਿੰਦੇ? ਨਹੀਂ, ਮੈਂ ਰਾਜੇ ਦੇਖੋ ਫਰਕ ਹੈ ਜੀ। ਮੈਂ ਚਮਤਕਾਰ ਕਰਦਾ ਨਹੀਂ ਹੈ ਜੀ। ਮੈਂ ਚਮਤਕਾਰ ਦੇਖਦਾ ਕੁਦਰਤ ਦੇ, ਜੀ। ਜੋ ਮੇਰੇ ਸਾਹਮਣੇ ਹੁੰਦੇ ਆ, ਮੈਂ ਕਰਦਾ ਨਹੀਂ ਹੈ। ਜੀ। ਤੇ ਕਰਨਾ ਔਰ ਦੇਖਣਾ ਉਹ ਇੱਕ ਅਲੱਗ-ਅਲੱਗ ਹੈ। ਪਰ ਤੁਸੀਂ ਹੁਣੀ ਕਿਹਾ, ਸਾਨੂੰ ਦਾਵਾ ਕੀਤਾ ਵੀ ਤੁਹਾਡੇ ਵੱਲੋਂ ਜੇਕਰ ਗਊ ਮਾਤਾ ਨੂੰ ਹੱਥ ਜੋੜ ਕੇ ਕੋਈ ਪ੍ਰਾਰਥਨਾ ਕਰ ਦਿੱਤੀ ਜਾਂਦੀ ਹੈ ਤਾਂ ਉਹ ਚਮਤਕਾਰ ਤੁਸੀਂ ਵੇਖੇ ਨੇ, ਜਿਹੜੇ ਸਾਡੇ ਨਾਲ ਸਾਂਝੇ ਵੀ ਕੀਤੇ। ਹਾਂ, ਦੇਖੋ ਉਹ ਗੱਲਾਂ ਬਹੁਤ ਬਗੇਸ਼ਵਰ ਧਾਮ ਵਾਲੇ ਹੈ ਨਾ ਜੀ। ਉਹ ਸਿਰਫ ਇੰਨਾ ਕਈ ਦੱਸਦੇ ਆ ਬਈ ਇਹਦਾ ਇਹ ਕੁਐਸਚਨ ਹੈ ਜੀ। ਇਹਦਾ ਇਹ ਨਾਮ ਹੈ, ਇਹਦੇ ਚਾਚੇ ਦਾ ਨਾਮ ਇਹ ਹੈ ਜੀ। ਮੈਂ ਰੱਬ ਤੋਂ ਡਰ ਕੇ ਕਹਿ ਰਿਹਾ, ਮੇਰੇ ਕੋਲ ਗਵਾਹ ਹੈ ਜੀ। ਮੈਂ ਇਹ ਵੀ ਦੱਸਿਆ ਵੀ ਜਿੱਥੇ ਤੈਨੇ ਜਾਣਾ ਹੈ ਜੀ। ਉੱਥੇ ਤੇਰੇ ਨਾਲ ਇਹ ਘਟਨਾ ਵਾਪਰੂਗੀ। ਜੀ।
ਉਸ ਤੋਂ ਬਾਅਦ ਇਹ ਘਟਨਾ ਵਾਪਰੂਗੀ, ਉਸ ਤੋਂ ਬਾਅਦ ਇਹ ਘਟਨਾ ਵਾਪਰੂਗੀ ਜੀ। ਪਰ ਉਹ ਗੱਲ ਉਸ ਤਰ੍ਹਾਂ ਹੀ ਹੋਈ ਹੈ, ਬਹੁਤ ਵਾਰ ਹੋਈ ਹੈ ਤੇ ਮੈਂ ਇਹ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਜੀ। ਜ਼ਿਆਦਾ ਗੱਲਾਂ ਫਿਰ ਅੱਗੇ ਲੰਘ ਜਾਂਦੀਆਂ ਜੀ। ਤੇ ਮੈਂ ਬਹੁਤ ਅੱਗੇ ਤੱਕ ਦੇਖ ਚੁੱਕਿਆ ਭਗਵਾਨ ਦੀ ਸ਼ਕਤੀ ਨੂੰ ਜੀ ਬਿਲਕੁਲ। ਤੇ ਮੈਂ ਉਹਨਾਂ ਦੀ ਜਿਹੜੀਆਂ ਬਗਵੇਸ਼ਵਰ ਧਾਮ ਦੀ ਜਿਹੜੀ ਚਰਚਾ ਹੋ ਰਹੀ ਹੈ ਜੀ। ਉਹ ਕੋਈ ਮੈਂ ਬਹੁਤ ਵੱਡੀ ਗੱਲ ਨਹੀਂ ਸਮਝਦਾ। ਉਹਨੂੰ- ਉਹ ਮੇਰੇ ਹਿਸਾਬ ਨਾਲ ਨਾ 1% ਹੈ ਜੀ। ਤਾਂ ਮੈਂ ਤਾਂ 100% ਤੱਕ ਗੱਲਾਂ ਦੇਖ ਸਕਾਂ ਜਿਹਦੇ ਚ ਭਗਵਾਨ ਨੇ ਚਮਤਕਾਰ ਕਰਕੇ ਇੱਕ ਸਰਦੀ ਦੇ ਅੰਦਰ ਜੀ। ਗਰਮ ਹਵਾ ਚਲਾਤੀ ਮੇਰੇ ਵਾਸਤੇ, ਇਕੱਲੇ ਵਾਸਤੇ। ਜੀ। ਇੱਕ ਮੁੰਡਾ 35 ਫੁੱਟ ਡੂੰਘਾ ਥੱਲੇ ਗਿਰ ਜਾਂਦਾ, ਉਸ ਨੂੰ ਜਿੰਦਾ ਥੱਲਿਓਂ ਲਿਆ ਕੇ ਮੇਰੀ ਗੋਦ 'ਚ ਬਿਠਾਤਿਆ, ਜੀ। ਉਹਨੂੰ ਮੈਂ ਚਮਤਕਾਰ ਸਮਝਦਾ। ਜੀ। ਬਹੁਤ ਚਮਤਕਾਰ ਮੈंने ਆਪਣੀ ਲਾਈਫ 'ਚ ਦੇਖੇ ਆ, ਇਹੋ ਜਿਹੇ ਚਮਤਕਾਰ ਦੇਖੇ ਜੋ ਚੀਜ਼ ਨੂੰ ਮੈਂ ਸੋਚਦਾ ਉਹ ਸਾਹਮਣੇ ਆ ਜਾਂਦੀ ਹੈ। ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਮੈਂ ਗਊਸ਼ਾਲਾ ਬੈਠਿਆ ਸੀ, ਜੀ। ਮੇਰੇ ਨਾਲ ਮੇਰਾ ਚੇਲਾ ਸੀ ਗੁਰਪ੍ਰੀਤ, ਜੀ। ਸ਼ਾਗਿਰਦ ਸੀ ਤੇ ਉਹ ਕਹਿੰਦਾ ਅੰਦਰ ਮਿੱਟੀ ਪਵਾਈ ਸੀ, ਅਸੀਂ ਪਰਤ ਪਵਾਇਆ ਸੀ। ਜੀ। ਸੜਕ ਦਾ ਠੇਕੇਦਾਰ ਸੀ ਵਾਕਫ। ਮੈਂ ਕਿਹਾ ਅੰਦਰ ਟਰੱਕ ਅੰਦਰ ਭਰਤ ਦੀ ਜ਼ਰੂਰਤ ਹੈ, ਗਊਸ਼ਾਲਾ 'ਚ ਜੀ। ਭਰਤ ਪਾ ਦਿਓ। ਉਸਨੇ 70-80 ਟਿੱਪਰ ਭਰਤ ਪਾਉਣ ਵਾਸਤੇ ਸਿੱਟ ਦੇ ਮਿੱਟੀ ਦੇ। ਜੀ। ਤੇ ਉਹ ਅੰਦਰ ਜਦੋਂ ਦੇਖਣ ਗਿਆ ਸੀ, ਆਏ ਸ਼ਾਮ ਨੂੰ, ਉਹ ਕਹਿੰਦਾ ਪ੍ਰਧਾਨ ਜੀ ਇਹ ਤਾਂ ਕੰਮ ਖਰਾਬ ਹੋ ਗਿਆ। ਜੀ। ਕਹਿੰਦਾ ਉਸਨੇ ਬੜੇ ਬੜੇ ਰੋੜੇ ਐਰਾ ਵਗੈਰਾ ਪਤਾ ਨਹੀਂ ਕੀ ਸੁੱਟ ਤਿਆ, ਗਊਆਂ ਤਾਂ ਬੈਠ ਨਹੀਂ ਸਕਣਗੀਆਂ। ਜੀ। ਮੈਂ ਕਿਹਾ ਫਿਰ ਕੀ ਹੱਲ ਹੈ? ਕਹਿੰਦਾ ਇੰਨੇ ਹੀ ਟਰੱਕ ਇਸ ਨੂੰ ਦੱਬਣ ਵਾਸਤੇ ਮਿੱਟੀ ਪਾਣੀ ਪੈਣੀ ਹੈ। ਜੀ। ਮੈਂ ਕਿਹਾ ਉਹ ਕਿੰਨੇ ਦੀ? 5000 ਦਾ ਇੱਕ ਟਰੱਕ ਹੈ। ਜੀ। ਤੁਸੀਂ ਜੇ 100 ਟਰੱਕ ਪਾਣਾ ਪੈ ਜਾਵੇ, ਤੁਸੀਂ ਲਾ ਲਓ 10 ਲੱਖ ਦਾ ਹੋ ਜੀ। ਕਿੰਨੇ 5 ਲੱਖ ਦਾ ਹੋ 5 ਗਿਆ। ਲੱਖ ਤੋਂ ਉੱਪਰ। ਜੀ। ਹਾਂ ਤੇ ਮੈਂ ਕਿਹਾ ਇੰਨੇ ਤਾਂ ਆਪਣੇ ਕੋਲ ਪੈਸੇ ਹੈ ਨਹੀਂ। ਜੀ। ਮੈਂ ਕਿਹਾ ਹੋਰ ਹੱਲ? ਕਹਿੰਦਾ ਇੱਕ ਗ੍ਰੇਡਰ ਮਸ਼ੀਨ ਆਉਂਦੀ ਹੈ, ਜੇ ਉਹ ਅੰਦਰ ਲਾ ਦਈਏ ਉਹ ਇਹਦਾ ਲੈਵਲ ਬਣਾ ਦੂਗੀ। ਜੀ। ਮੈਂ ਪਹਿਲੀ ਵਾਰੀ ਗ੍ਰੇਡਰ ਮਸ਼ੀਨ ਦਾ ਨਾਮ ਸੁਣਿਆ ਸੀ ਜੀ। ਆਪਣੀ ਲਾਈਫ 'ਚ। ਜੀ। ਮੈਂ ਦੇਖੀ ਨਹੀਂ ਸੀ। ਜੀ। ਮੈਂ ਪਹਿਲੀ ਵਾਰੀ ਸੁਣਿਆ। ਮੈਂ ਕਿਹਾ ਫਿਰ ਕਿੱਥੋਂ ਮਿਲੇਗੀ, ਆਪਾਂ ਮੰਗਾ ਲੈਂਦੇ ਹਾਂ। ਕਹਿੰਦਾ ਉਹਦਾ 2000 ਰੁਪਏ ਘੰਟਾ ਜਿੱਥੋਂ ਚੱਲੇਗੀ, ਰੈਂਟ ਹੈ। ਰੈਂਟ ਹੈ ਜੀ। 2000 ਰੁਪਏ ਘੰਟਾ ਜਿੱਥੋਂ ਚੱਲੇਗੀ। ਇਹ ਪੁਰਾਣੀ ਗੱਲ ਹੈ ਜੀ। 10-12 ਸਾਲ 10 ਪੁਰਾਣੀ। ਪਹਿਲਾਂ 15 ਸਾਲ। ਹਾਂ ਤੇ ਮੈਂ ਕਿਹਾ ਕਿੱਥੋਂ ਮਿਲ ਸਕਦੀ ਹੈ? ਕਹਿੰਦਾ ਦਿੱਲੀੋਂ ਜਾਂ ਅੰਮ੍ਰਿਤਸਰੋਂ, ਜੀ। ਹੋ ਸਕਦਾ ਚੰਡੀਗੜ੍ਹੋਂ। ਮੈਂ ਕਿਹਾ ਯਾਰ ਇੰਨਾ ਰੈਂਟ ਵੀ ਨਹੀਂ ਦੇ ਸਕਦੇ, ਜਿਹੜੀ ਗੱਲ ਨਹੀਂ ਹੋ ਸਕਦੀ ਤੂੰ ਉਹ ਸਲਾਹ ਕਿਉਂ ਦੇ ਰਿਹਾ? ਜੀ। ਮੈਂ ਜੀ ਉਹ ਅੰਦਰ ਚਲਾ ਗਿਆ, ਮੈਂ ਗਊਸ਼ਾਲਾ 'ਚ ਆਪਣੇ ਦਫ਼ਤਰ 'ਚ ਬੈਠ ਗਿਆ। ਜੀ। ਜਦੋਂ ਮੈਂ ਦਫ਼ਤਰ 'ਚ ਬੈਠਿਆ, ਮੈਨੂੰ ਇੱਕ ਰਿੰਗ ਵੱਜਦੀ ਹੈ ਮੇਰੇ ਮੋਬਾਈਲ ਦੀ। ਜੀ। ਤੇ ਉਹ ਠੇਕੇਦਾਰ ਸੀ ਸੋਮਾ ਦਾ। ਮੈਨੂੰ ਫੋਨ ਆਇਆ, ਕਹਿੰਦਾ ਪ੍ਰਧਾਨ ਜੀ ਕਿੱਥੇ ਹੋ? ਮੈਂ ਕਿਹਾ ਗਊਸ਼ਾਲਾ ਬੈਠਿਆ। ਜੀ। ਕਹਿੰਦਾ ਕੋਈ ਮੋਟਰਸਾਈਕਲ ਲੈ ਕੇ ਮੁੰਡਾ ਭੇਜੋ ਗਗਨ ਚੌਂਕ ਤੇ, 100 ਗਜ਼ ਦੂਰ ਸੀ ਮੇਰੇ ਤੋਂ, ਜੀ। 150 ਗਜ਼ ਦੂਰ। ਤੇ ਕਹਿੰਦਾ ਮੇਰੀ ਮਸ਼ੀਨ ਆਈ ਹੈ ਗ੍ਰੇਡਰ ਮਸ਼ੀਨ, ਵੀ ਉਹ ਗਊਸ਼ਾਲਾ ਸੇਵਾ ਲਾਣੀ ਹੈ। ਕੁਦਰਤੀ ਉਹ ਮਸ਼ੀਨ ਬਿਨਾ ਤੁਹਾਡੇ ਕਹੇ। ਬਿਨਾਂ ਕਹੇ। ਤੇ ਮੈਂ ਜੀ ਉਸ ਨੂੰ ਕਿਹਾ ਮਸ਼ੀਨ? ਕਹਿੰਦਾ ਮੈਂ ਨਾ ਬਾਹਰੋਂ ਮੰਗਾਈ ਹੈ, ਇੰਡੀਆ 'ਚ ਪਹਿਲੀ ਮਸ਼ੀਨ 12 ਕੇ ਦੀ ਮੇਰੀ ਹੈ। ਜੀ। ਕਹਿੰਦਾ ਮੈਂ ਸੋਚ ਰਿਹਾ, ਕਹਿੰਦਾ ਅੱਜ ਬੰਬੇ ਤੋਂ ਲੈ ਕੇ ਆਇਆ, ਜੀ। ਬੰਦਰਗਾਹ ਤੋਂ 1 ਮਹੀਨੇ ਬਾਅਦ ਪਹੁੰਚੀ ਹੈ ਤੇ ਮੈਂ ਸੋਚ ਰਿਹਾ ਵੀ ਇਸ ਨੂੰ ਸੇਵਾ ਤੇ ਲਾਈਏ। ਪਹਿਲਾਂ ਮੈਂ ਸੇਵਾ ਗੁਰਪ੍ਰੀਤ ਕਰਾਈਏ। ਨੂੰ ਬੁਲਾਇਆ ਅੰਦਰੋਂ। ਮੈਂ ਕਿਹਾ ਮਸ਼ੀਨ ਕਿਹੜੀ ਕਿਹਾ ਸੀ? ਕਿਹੜਾ ਨਾਮ ਸੀ ਮਸ਼ੀਨ ਦਾ? ਨਾਮ ਦਾ? ਕਹਿੰਦਾ ਗ੍ਰੇਡਰ। ਜੀ। ਮੈਂ ਕਿਹਾ ਜਾ ਫਿਰ ਗਗਨ ਚੌਂਕ ਤੇ ਲਿਆ। ਕਹਿੰਦਾ ਕਿਉਂ, ਤੁਸੀਂ ਵੀ ਮਜ਼ਾਕ ਕਰਨ ਲੱਗ ਗਏ? ਜੀ। ਮੈਂ ਕਿਹਾ ਤੂੰ ਜਾ। ਉਹ ਗਿਆ, 15 ਮਿੰਟ 'ਚ ਮਸ਼ੀਨ ਗਊਸ਼ਾਲਾ 'ਚ ਆ ਗਈ। 1 ਘੰਟੇ 'ਚ ਉਸਨੇ ਸਾਰੀ ਗਊਸ਼ਾਲਾ ਦਾ ਲੈਵਲ ਬਣਾਤਾ। ਜੀ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਜੀ ਬਿਲਕੁਲ। ਇਸ ਨੂੰ ਕੁਦਰਤ ਦਾ ਕਿੱਡਾ ਵੱਡਾ ਚਮਤਕਾਰ ਕਹਿ ਸਕਦੇ ਹਾਂ। ਜੀ ਬਿਲਕੁਲ। ਇਸ ਤਰ੍ਹਾਂ ਹੀ ਕੀ ਗੱਲ ਹੁੰਦੀ ਆ। ਮੈਂ ਬੈਠਿਆ ਇੱਕ ਦਿਨ, ਮੈਂ ਕਿਸੇ ਆਪਣੇ ਦੋਸਤ ਨਾਲ ਗੱਲ ਕਰ ਰਿਹਾ। ਜੀ। ਮੈਂ ਕਿਹਾ ਯਾਰ ਮੈਨੂੰ ਨਾ ਇੱਕ ਟਰੱਕ ਦੀ ਲੋਡ ਸੀ, ਵੱਡੇ ਟਰੱਕ ਦੀ, ਕਿਉਂਕਿ ਗਊਆਂ ਫੜਦੇ ਆ, ਫਿਰ ਉਹਨੂੰ ਸ਼ਿਫਟ ਕਰਨਾ ਪੈਂਦਾ, ਜੀ। ਕਿਰਾਇਆ ਲੱਗਦਾ। ਮੈਂ ਕਿਹਾ ਯੂਪੀ ਚੋਂ ਗਊਆਂ ਫੜ ਕੇ ਵਰਿੰਦਾਵਨ ਛੱਡਦੇ ਆ, ਜੀ। ਤਾਂ ਉੱਥੇ 15-20 ਹਜ਼ਾਰ ਰੁਪਇਆ ਗੱਡੀ ਦਾ ਕਿਰਾਇਆ ਲੱਗ ਜਾਂਦਾ ਹੈ ਜੀ। ਛੱਡਣ ਦਾ। ਵੀ ਇੱਕ ਟਰੱਕ ਇੱਕ ਬਾਬੇ ਨੇ, ਕਥਾਵਾਚਕ ਨੇ ਪ੍ਰੋਮਿਸ ਕਰਿਆ ਸੀ। ਜੀ। ਉਹ ਚੈਨਲ ਤੇ ਕਥਾ ਤੇ ਬੁਲਾਇਆ ਸੀ, ਕਹਿੰਦਾ 50,000 ਮੈਂ ਦਵਾਂਗਾ, ਬਾਕੀ ਤੁਸੀਂ ਦਿਓ। ਮੈਂ ਕਿਹਾ ਨਾ ਤਾਂ ਉਹਨੇ 50,000 ਦਿੱਤਾ ਜੀ। ਤੇ ਨਾ ਉਹਨੇ ਕੋਈ ਪੈਸਾ ਟਰੱਕ ਲੈ ਕੇ ਟਰੱਕ ਦਿੱਤਾ। ਲੈ ਕੇ ਦਿੱਤਾ। ਉਹਨੂੰ ਬੰਦੇ ਨੂੰ ਗੱਲ ਦੱਸ ਰਿਹਾ। ਜੀ। ਤੇ ਉਹ ਜਦੋਂ ਹੀ ਗੇਟ ਖੁੱਲਦਾ ਦਫ਼ਤਰ ਦਾ, ਅੱਛਾ ਜੀ। ਕੋਈ ਬੰਦਾ ਆਂਦਾ ਨਵਾਂ, ਪਹਿਲੀ ਵਾਰੀ ਮੈਨੂੰ ਮਿਲਦਾ ਹੈ ਤੁਹਾਡੀ ਗਊਸ਼ਾਲਾ 'ਚ ਹੀ ਆ ਜਾਂਦਾ? ਗਊਸ਼ਾਲਾ 'ਚ। ਜੀ। ਤੇ ਮੈਨੂੰ ਕਹਿੰਦਾ ਪ੍ਰਧਾਨ ਜੀ ਤੁਹਾਨੂੰ ਇੱਛਾ ਸੀ ਮਿਲਣ ਦੀ? ਜੀ। ਵੀ ਮੈਂ ਕਿਹਾ ਚੱਲ ਅੱਜ ਲੰਘ ਰਿਹਾ, ਬਹੁਤ ਵੱਡਾ ਸੇਠ ਸੀ, ਜੀ। ਵੀ ਅੱਜ ਤੁਹਾਨੂੰ ਮਿਲ ਕੇ ਜਾਵਾਂ। ਮੈਂ ਕਿਹਾ ਚਲੋ ਬੈਠੋ। ਬੈਠਦੇ ਸਾਰ ਕਹਿੰਦਾ ਪ੍ਰਧਾਨ ਜੀ ਕਿਸੇ ਟਰੱਕ ਦੀ ਲੋੜ ਹੈ? ਤੁਸੀਂ ਟਰੱਕ ਮੈਂ ਪਹਿਲੇ ਹੀ ਟਰੱਕ ਲੱਭ ਦੀ ਰਹੇ ਗੱਲ ਸੀਗੇ, ਕਰ ਰਿਹਾ ਗੱਲ ਹੀ ਸੀ ਕਰ ਰਹੇ ਸੀ ਕਿ just। ਵੀ ਮੈਨੂੰ ਦਿੱਤਾ ਨਹੀਂ, ਮੈਨੂੰ ਬਹੁਤ ਜ਼ਰੂਰਤ ਹੈ। ਜੀ। ਤੇ ਕਹਿੰਦਾ ਕਿਸੇ ਟਰੱਕ ਦੀ ਲੋੜ ਹੈ? ਜੀ। ਮੈਂ ਕਿਹਾ ਹਾਂ। ਉਹ ਬੰਦਾ ਮੇਰੇ ਮੂੰਹ ਕੰਨੀ ਦੇਖੇ, ਮੈਂ ਉਹਦੇ ਮੂੰਹ ਕੰਨੀ ਦੇਖਾਂ। ਜੀ। ਤੇ ਕਹਿੰਦਾ ਕਿੰਨੇ ਫੁੱਟ ਲੰਬਾ? ਮੈਂ ਸੋਚਿਆ ਵੀ ਮੈਨੂੰ ਤਾਂ
25 ਕੁ ਫੁੱਟ ਚਾਹੀਦਾ ਜੀ ਵੀ ਇਹਨੂੰ 35 ਫੁੱਟ ਕਹਿ ਦਈਏ, ਜੀ। ਹੁਣ ਦੇ ਹੀ ਰਿਹਾ। ਜੀ। ਮੈਂ ਕਿਹਾ 35 ਕੁ ਫੁੱਟ ਲੰਬਾ ਟਰੱਕ ਲਾਲਚ ਦੇ। ਕਰ ਗਏ ਤੁਸੀਂ ਮੈਂ ਥੋੜ੍ਹਾ। ਲਾਲਚ ਕਰ ਗਿਆ ਜੀ, ਜੀ। ਵੀ ਜਦੋਂ ਦੇਣੇ ਹੀ ਆ ਗਿਆ, ਦੇਣੇ ਆ ਗਿਆ। ਜਦੋਂ ਖੁਦ ਹੀ ਰੱਬ ਨੇ ਭੇਜ ਦਿੱਤਾ। ਭਗਵਾਨ ਨੇ ਭੇਜਦੇ ਆ ਮੇਰੇ ਕੋਲ, ਜੀ। ਤਾਂ ਫਿਰ ਮੰਗ ਲਓ। ਮੈਂ 25-30 ਫੁੱਟ ਦਾ ਮੰਗਦਾ, ਮੈਂ ਕਿਹਾ 35 ਫੁੱਟ ਦਾ। ਕਹਿੰਦਾ 55 ਫੁੱਟ ਦਾ ਘੋੜਾ ਖੜਿਆ ਨਵਾਂ, ਜੀ ਲਿਆਓ। ਕਹਿੰਦਾ 4 ਗੱਡੀਆਂ ਹੋਰ ਖੜੀਆਂ ਨਾਲ, ਉਹ ਲਿਆਣੀਆਂ, ਉਹ ਵੀ ਲਿਆਓ ਨਾਲ। ਜੀ ਵਾਹ ਮੈਂ ਰੱਬ ਨੂੰ ਧੰਨਵਾਦ ਕਰਿਆ, ਗਊ ਮਾਤਾ ਨੂੰ ਪ੍ਰਣਾਮ ਕਰਿਆ। ਜੀ ਮੈਂ ਕਿਹਾ ਐਡੀ ਤਾਕਤ ਗਊ ਮਾਤਾ ਦੇ ਅੰਦਰ। ਔਰ ਮੈਂ ਸੋਚ ਰਿਹਾ ਉਹ 35 ਫੁੱਟ ਘੋੜਾ ਉਸਨੇ ਤੂੜੀ ਭਰ ਕੇ, ਜੀ ਤੂੜੀ ਭਰ ਕੇ ਭੇਜਿਆ। ਤੂੜੀ ਭਰ ਕੇ ਭੇਜਿਆ। ਤੇ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਚਮਤਕਾਰ ਦੇਖੇ ਆਪਣੀ ਲਾਈਫ 'ਚ। ਜੀ ਤੇ ਮੇਰੇ ਕੋਲ ਸਮਾਂ ਨਹੀਂ ਹੈ ਕੋਈ ਦਰਬਾਰ ਲਾਵਾਂ, ਜਾਂ ਜੀ। ਮੇਰੇ ਕੋਲ ਕੰਮ ਇੰਨਾ ਹੈ, ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਜੀ ਬਿਲਕੁਲ। ਕਿੰਨਾ ਸਮਾਂ ਹੈਗਾ ਆਪਣੇ ਜੀ, ਕੋਲ। ਜੀ। ਤੇ ਜਿੰਨਾ ਕੁ ਅਸੀਂ ਗਊ ਮਾਤਾ ਦਾ ਕੰਮ ਕਰ ਲਈਏ, ਤੇ ਜੋ ਅਸੀਂ ਸੋਚਿਆ ਵੀ ਇਸ ਦੇਸ਼ 'ਚੋਂ ਗਊ ਹੱਤਿਆ ਦਾ ਜਿਹੜਾ ਕਲੰਕ ਹੈ, ਜੀ ਇਹ ਅਸੀਂ ਮਿਟਾਉਣਾ ਹੈ। ਜੀ ਲੱਗਦਾ ਕਿ ਕਾਮਯਾਬ ਹੋ ਰਹੇ ਹੋ, ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਇਸ ਫੀਲਡ 'ਚੋਂ ਦੇਸ਼ ਦੁਨੀਆ 'ਚ ਤੁਹਾਡਾ ਨੈਟਵਰਕ ਹੈ, ਗਊ ਰੱਖਿਆ ਕਰਦੇ ਹੋ ਤੁਸੀਂ। ਲੱਗਦਾ ਕਿ ਕੋਈ ਫਰਕ ਪੈ ਰਿਹਾ? ਇਸ ਤਰ੍ਹਾਂ ਹੈ ਜੀ, ਇਹ ਜਿਹੜੀ ਡਿਊਟੀ ਮੈਨੂੰ ਮਿਲੀ ਹੈ, ਜੀ ਇਹ ਮੇਰੇ ਗੁਰੂਆਂ ਨੇ ਮੈਨੂੰ ਡਿਊਟੀ ਦਈ ਹੈ। ਜੀ ਜੋ ਬ੍ਰਹਮ ਗਿਆਨੀ ਸੰਤ ਸੀ, ਗੋਲੋਕ ਵਾਸੀ ਬਾਬਾ ਸਰਵਨਦਾਸ ਜੀ ਮਹਾਰਾਜ ਮੇਰੇ ਗੁਰੂ ਸੀ। ਜੀ ਕਿਉਂਕਿ ਮੈਂ ਤਾਂ ਪਲੇਅਰ ਸੀ। ਇੱਕ ਪਲੇਅਰ ਨੂੰ ਤੁਹਾਨੂੰ ਪਤਾ ਆਪਣੇ ਸਰੀਰ ਤੋਂ ਇਲਾਵਾ ਜੀ ਕੁਝ ਨਹੀਂ ਚਾਹੀਦਾ ਹੁੰਦਾ। ਜੀ, ਬਿਲਕੁਲ। 18 ਸਾਲ ਦੀ ਉਮਰ 'ਚ ਮੈਂ ਸਟਰੋਂਗੈਸਟ ਮੈਨ ਆਫ ਪੰਜਾਬ ਦਾ ਖਿਤਾਬ ਜਿੱਤਿਆ। ਜੀ ਤੇ ਉਹ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਕਿਹਾ ਵੀ ਬਹੁਤ ਤਕੜਾ ਹੋ ਗਿਆ, ਆਪਣੀ ਜਿਹੜੀ ਤਾਕਤ ਹੈ ਇਹ ਗਊ ਮਾਤਾ ਦੀ ਰੱਖਿਆ 'ਚ ਲਗਾ ਗਊ ਦੇ, ਰੱਖਿਆ ਆਪਣੇ 'ਚ। ਧਰਮ ਦੀ ਰੱਖਿਆ 'ਚ ਲਗਾ ਦੇ। ਜੀ ਤੁਹਾਨੂੰ ਪਤਾ ਹੋਣਾ, ਤੁਸੀਂ ਸੁਣਦੇ ਹੋ 1966 'ਚ ਕਿਰਪਾਤਰੀ ਜੀ ਮਹਾਰਾਜ ਨੇ ਇੱਕ ਐਜੀਟੇਸ਼ਨ ਕਰਿਆ ਸੀ, ਸੰਸਦ ਨੂੰ ਘੇਰਿਆ ਸੀ। ਜੀ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਗੋਲੀ ਦਾ ਆਰਡਰ ਕਰਕੇ ਹਜ਼ਾਰਾਂ ਸਾਧੂਆਂ ਨੂੰ ਮੌਤ ਦੇ ਮੂੰਹ 'ਚ ਪਹੁੰਚਾਤਿਆ ਸੀ। ਜੀ ਉਸ ਤੋਂ ਬਾਅਦ 20 ਸਾਲ ਦੇਸ਼ ਦੇ ਅੰਦਰ ਕਿਸੇ ਨੇ ਗਊ ਮਾਤਾ ਦੀ ਰੱਖਿਆ ਵਾਸਤੇ, ਜੀ ਗਊ ਹੱਤਿਆ ਬੰਦ ਕਰਾਉਣ ਵਾਸਤੇ ਮੰਗ ਨਹੀਂ ਰੱਖੀ। ਜੀ ਮੌਨ ਹੋ ਗਿਆ ਸੀ ਦੇਸ਼, ਇਤਨਾ ਕੁ ਖੌਫ ਪੈਦਾ ਹੋ ਗਿਆ ਸੀ। ਉਸ ਤੋਂ 20 ਸਾਲ ਬਾਅਦ 86 ਚ ਮੇਰੇ ਗੁਰੂਆਂ ਨੇ ਮੈਨੂੰ ਆਸ਼ੀਰਵਾਦ ਦਿਆ। ਜੀ ਉਹ ਦੁਬਾਰਾ ਲਹਿਰ ਜਿਹੜੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ। ਪੰਜਾਬ ਚੋਂ, ਉਹ ਮੇਰੇ ਗੁਰੂਆਂ ਦੇ ਆਸ਼ੀਰਵਾਦ ਨਾਲ ਜੀ ਇੱਥੋਂ ਸ਼ੁਰੂ ਹੋਈ। ਜੀ। ਅੱਜ ਪੂਰੇ ਦੇਸ਼ 'ਚ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਗਊ ਰੱਖਿਆ ਕਰਨੀ ਸਿਖਾਈ ਹੈ, ਜੀ ਇਹ ਹਜ਼ਾਰਾਂ ਸਾਲ ਤੋਂ ਚੱਲੀ ਆਈ ਹੈ। ਭਗਵਾਨ ਕ੍ਰਿਸ਼ਨ ਵੀ ਗਊ ਰੱਖਿਆ ਵਾਸਤੇ ਗਵਾਲੇ ਦੇ ਘਰ ਜਨਮ ਲੈਂਦੇ ਆ। ਜੀ ਉਹਨਾਂ ਨੇ ਵੀ ਗਊਆਂ ਦੀ ਰੱਖਿਆ ਕਰੀ ਹੈ, ਗਊਆਂ ਪਾਲੀਆਂ। ਪਰ ਜਿਹੜਾ ਤਰੀਕਾ ਹੈ, ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਗਊਆਂ ਨੂੰ ਬਚਾਉਂਦੇ ਸੀ ਜੀ ਰਾਖਸ਼ਾਂ ਨੂੰ ਮਾਰ ਕੇ, ਜੀ ਸਜ਼ਾ ਦੇ ਕੇ, ਜਿਸ ਤਰ੍ਹਾਂ ਆਪਣੇ ਵੇਦ ਕਹਿ ਰਹੇ ਹੈ ਗਊ ਦਰੋਹੀ ਨੂੰ ਦੇਖਦੇ ਹੀ ਗੋਲੀ ਨਾਲ ਉਡਾ ਦੋ, ਤਿੰਨ ਸੀਸੇ ਵਿਧਵਾਹੋ, ਵੀ ਗਊ ਦਰੋਹੀ ਨੂੰ ਦੇਖਦੇ ਹੀ ਸੀਸੇ ਕੀ ਗੋਲੀ ਸੇ ਉਡਾ ਦੋ। ਜੀ ਉਹਨਾਂ ਨੂੰ ਦੇਖਦੇ ਹੋਏ ਅਸੀਂ ਆਪਣੇ ਤਰੀਕੇ ਨਾਲ ਇੱਕ ਡੰਡਾ, ਕਿਉਂਕਿ ਹੱਥ ਜੋੜ ਕੇ ਗਊ ਰੱਖਿਆ ਨਹੀਂ ਹੋ ਸਕਦੀ, ਜੀ ਪਾਪੀ ਨੂੰ, ਜ਼ਾਲਮ ਨੂੰ ਹੱਥ ਜੋੜ ਕੇ ਨਹੀਂ ਸਮਝਾਇਆ ਜਾ ਸਕਦਾ। ਜੀ ਡੰਡਾ ਚੱਕਣਾ ਪੈਂਦਾ। ਡੰਡਾ ਚੁੱਕਿਆ ਤੇ ਅੱਜ ਪੂਰੇ ਦੇਸ਼ 'ਚ ਡੰਡਾ ਚੱਲ ਰਿਹਾ। ਜੀ 20 ਲੱਖ ਗਊ ਰਕਸ਼ਕਾਂ ਨੇ ਪੂਰੇ ਦੇਸ਼ 'ਚ ਬਚਾਈ ਹੈ। ਜੀ ਔਰ ਚੱਲ ਰਿਹਾ ਅਭਿਆਨ, ਤੇ ਜਲਦ ਹੀ ਦੇਸ਼ ਦੇ ਅੰਦਰੋਂ ਇਹ ਜਿਹੜਾ ਕਲੰਕ ਹੈ ਜੀ ਇਹ ਮਿਟੇਗਾ। ਇਹ ਮੇਰਾ ਵਿਸ਼ਵਾਸ ਹੈ, ਕਿਉਂਕਿ ਭਗਵਾਨ ਨੇ ਜਿਹੜੀ ਮੇਰੀ ਡਿਊਟੀ ਲਾਈ ਹੈ ਜੀ ਉਹ ਮੈਨੂੰ ਉਸ ਅੰਜਾਮ ਤੱਕ ਜ਼ਰੂਰ ਪਹੁੰਚਾਣਗੇ। ਜੀ ਅਗਰ ਮੇਰੀ ਮੌਤ ਪਹਿਲਾਂ ਹੋ ਜਾਂਦੀ ਹੈ, ਜੀ ਉਹ ਮੈਂ ਲਿਖ ਕੇ ਵਿਲ ਰੱਖੀ ਹੋਈ ਹੈ ਜੀ ਵੀ ਮੇਰਾ ਜਿਹੜੀਆਂ ਹੱਡੀਆਂ ਗੰਗਾ 'ਚ ਉਦੋਂ ਤੱਕ ਨਾ ਬਹਾਈਆਂ ਜਾਣ ਜਦੋਂ ਤੱਕ ਦੇਸ਼ ਗਊ ਹੱਤਿਆ ਦੇ ਕਲੰਕ ਤੋਂ ਮੁਕਤ ਨਹੀਂ ਹੋ ਜਾਂਦਾ। ਜੀ ਬਿਲਕੁਲ। ਤਾਂ ਬਹੁਤ ਬਹੁਤ ਧੰਨਵਾਦ। ਤੋਂ ਸੁਣਿਆ ਇਹ ਸਨ ਸਾਡੇ ਨਾਲ ਸਤੀਸ਼ ਕੁਮਾਰ, ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਨੇ। ਇਹਨਾਂ ਵੱਲੋਂ 20 ਲੱਖ ਤੋਂ ਵੱਧ ਗਾਵਾਂ ਜਿਹੜੀਆਂ ਨੇ ਬੁੱਚੜਾ ਕੋਲ ਕੱਟਣ ਜਾ ਰਹੀਆਂ ਸੀਗੀਆਂ, ਉਹ ਬਚਾਈਆਂ ਗਈਆਂ ਨੇ। ਤੇ ਇਹਨਾਂ ਨੇ ਦਾਅਵਾ ਕੀਤਾ ਹੈ ਕਿ ਬਾਬਾ ਬਗੇਸ਼ਵਰ ਧਾਮ ਵਾਲੇ ਧਿਰੇਂਦਰ ਬਾਬਾ ਜਿਹੜੇ ਚਮਤਕਾਰ ਕਰ ਰਹੇ ਨੇ, ਉਹ ਤਾਂ ਕੁਝ ਵੀ ਨਹੀਂ, ਬਲਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਚਮਤਕਾਰ ਦੇਖੇ ਹੈ ਉਸ ਨੂੰ ਇੱਕ ਬੁੱਕ ਦੇ ਵਿੱਚ ਪਿਰੋਇਆ ਤੇ ਜਲਦੀ ਲੋਕਾਂ ਦੇ ਵਿੱਚ ਅਰਪਣ ਵੀ ਕਰਨਗੇ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼ ਪੰਜਾਬ।